ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪਾਂ ਨੂੰ ਗੁਰਬਾਣੀ 'ਚ ਇਹ ਸਮਝਾਇਆ ਹੈ ਕਿ ਹਰ ਪਲ, ਹਰ ਸੈਕਿੰਡ, ਮਿੰਟ, ਘੜੀ, ਘੰਟਾ, ਇਹ ਜਿਹੜਾ ਕਾਲ ਆ ਇਹ ਆਪਣੀਆਂ ਨੇਤਰਾਂ 'ਤੇ, ਮੁੱਖ 'ਤੇ, ਕੰਨਾਂ 'ਤੇ ਜਾਲ ਪਾਉਂਦਾ। ਇਹ ਜਾਲ ਪਾਉਂਦਾ ਹੈ ਤਾਂ ਹੀ ਸਾਨੂੰ ਜਿਹੜਾ ਸੱਚ ਦਿਖਦਾ ਨਹੀਂ, ਸੱਚ ਸੁਣਦਾ ਨਹੀਂ, ਔਰ ਆਪਾਂ ਬ੍ਰਹਮ ਦੀ ਔਰ ਸੱਚ ਦੀ ਮਿੱਠੇ ਬੋਲ ਬੋਲ ਨਹੀਂ ਸਕਦੇ। ਦੂਜੀ ਗੱਲ, ਸੱਚ ਸੁਣਨਾ, ਦਿਖਣਾ ਅਤੇ ਬੋਲਣਾ ਤਾਂ ਦੂਰ ਦੀ ਗੱਲ ਹੈ, ਜਿਹੜੀ ਸਾਡੀ ਆਤਮਾ ਦੀ ਆਵਾਜ਼ ਹੈ ਅੰਦਰੋਂ, ਉਹ ਵੀ ਨਹੀਂ ਆਪਾਂ ਨੂੰ ਸੁਣਨ ਦਿੰਦਾ। ਇਹ ਆਪਾਂ ਨੂੰ ਸਭ ਤੋਂ ਪਹਿਲਾਂ ਮੈਂ ਪੁਆਇੰਟ ਅੱਜ ਬੋਲਿਆ, ਇਹ ਤੁਸੀਂ ਨੋਟ ਕਰਨਾ ਹੈ ਕਿ ਇਹ ਜਿਹੜਾ ਆਪਣੇ ਨੇਤਰਾਂ 'ਤੇ ਮਤਲਬ ਕਾਲ ਆਪਾਂ ਨੂੰ ਕਿਵੇਂ ਠੱਗਦਾ, ਇਹ ਜਾਲ ਪਾ ਦਿੰਦਾ ਹੈ। ਇੱਕ ਸੂਖਮ ਜਿਹਾ ਆਪਾਂ ਨੂੰ ਗੁਰਬਾਣੀ ਦੇ ਵਿੱਚ ਸਮਝਾਇਆ ਕਿ ਜਿਵੇਂ ਤਿਤਲੀ ਦੇ ਖੰਭ ਹੁੰਦੇ ਨੇ ਨਾ, ਤਿਤਲੀ ਦੇ ਖੰਭ ਪਤਲੇ ਪਤਲੇ ਹੁੰਦੇ ਆ, ਉਸ ਤੋਂ ਵੀ ਥੋੜ੍ਹਾ ਜਿਹਾ ਪਤਲਾ ਇੱਕ ਜਾਲ ਹੁੰਦਾ, ਉਹ ਆਪਣੇ ਅਸਥੂਲ ਅਤੇ ਸੂਖਮ ਗਿਆਨ ਇੰਦਰੀਆਂ, ਕਰਮ ਇੰਦਰੀਆਂ 'ਤੇ ਪਾ ਦਿੰਦਾ, ਜਿੱਥੋਂ ਆਲਸ ਚੜ੍ਹਦਾ। ਜਦੋਂ ਅਸਥੂਲ ਜਿਹੜੀ ਆ ਦ੍ਰਿਸ਼ਟਮਾਨ ਦੇ ਵਿੱਚ ਗਿਆਨ ਇੰਦਰੀਆਂ, ਕਰਮ ਇੰਦਰੀਆਂ 'ਤੇ ਪਾਉਂਦਾ। ਦ੍ਰਿਸ਼ਟਮਾਨ ਦੀਆਂ ਗਿਆਨ ਇੰਦਰੀਆਂ ਕਿਹੜੀਆਂ ਨੇ? ਜਿਨ੍ਹਾਂ ਦੁਆਰਾ ਆਪਾਂ ਨੂੰ ਗਿਆਨ ਹੁੰਦਾ ਹੈ। ਕਿਹੜੀਆਂ ਗਿਆਨ ਇੰਦਰੀਆਂ ਨੇ? 5 ਨੇ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਅੱਖਾਂ ਨਾਲ, ਦੂਜੀ ਗਿਆਨ ਇੰਦਰੀ ਹੈ ਸੁਣਦੇ ਹਾਂ ਕੰਨਾਂ ਨਾਲ, ਤੀਜੀ ਗਿਆਨ ਇੰਦਰੀ ਕਿਹੜੀ ਹੈ? ਨਾਸਿਕਾ ਦੁਆਰਾ ਆਪਾਂ ਸਵਾਸ ਲੈਂਦੇ ਹਾਂ, ਉੱਥੋਂ ਪਤਾ ਲੱਗਦਾ ਹੈ। ਚੌਥੀ ਮੁੱਖ ਦੁਆਰਾ। ਪੰਜਵੀਂ ਗਿਆਨ ਇੰਦਰੀ ਸਾਡੀ ਸਕਿਨ, ਸਾਡਾ ਮਾਸ ਠੰਡੇ ਗਰਮ ਦੀ ਕਰਦਾ, ਇਹਨਾਂ 'ਤੇ ਪਾ ਦਿੰਦਾ ਹੈ। ਅਤੇ ਕਰਮ ਇੰਦਰੀਆਂ ਲੱਤਾਂ, ਬਾਹਾਂ, ਠੀਕ ਹੈ ਨਾ, ਔਰ ਜਿਹੜਾ ਸਾਡੇ ਮਲ ਦੁਆਰੇ ਜਿੱਥੋਂ ਅਸੀਂ ਆਪ ਦਾ ਅੱਗੇ ਅੰਸ਼ ਵਧਾਉਂਦੇ ਹਾਂ। ਇਸੇ ਤਰੀਕੇ ਜਿਹੜਾ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਨੇ ਸਾਡੀਆਂ 5, ਇਹਨਾਂ ਉੱਤੇ ਵੀ ਜਾਲ ਪਾ ਦਿੰਦਾ ਹੈ। ਅਤੇ ਜਦੋਂ ਇਹ ਪਾਉਂਦਾ ਹੈ ਦ੍ਰਿਸ਼ਟਮਾਨ ਗਿਆਨ ਇੰਦਰੀਆਂ, ਕਰਮ ਇੰਦਰੀਆਂ 'ਤੇ ਜਾਲ, ਉਹਦਾ ਇਫੈਕਟ ਇਹ ਹੈ ਕਿ ਇੱਕ ਤਾਂ ਬ੍ਰਹਮ ਅਗਨ ਜਿਹੜੀ ਆ ਇਹ ਘਟ ਜਾਂਦੀ ਹੈ। ਇਹ ਦੇਖੋ ਅੱਜ ਦਾ ਪੁਆਇੰਟ ਨਾ ਥੋੜ੍ਹਾ ਜਿਹਾ ਸ਼ੁਰੂ ਤੋਂ ਹੀ ਸਿੰਸੇਰ ਹੋ ਕੇ ਚੱਲੋ, ਸਮਝੋ। ਜਦੋਂ ਇਹਨੇ ਜਾਲ ਪਾਤਾ ਦ੍ਰਿਸ਼ਟਮਾਨ ਸਰੀਰ ਦੇ ਉੱਤੇ, ਸਭ ਤੋਂ ਪਹਿਲਾ ਪੁਆਇੰਟ ਹੈ ਕਿ ਬ੍ਰਹਮ ਅਗਨ ਘਟ ਜਾਏਗੀ, ਜਿਹਦੇ ਸਹਾਰੇ ਆਪਣਾ ਸਰੀਰ ਚੱਲਦਾ। ਗਰਮੈਸ਼ ਜਿਹੜੀ ਸਰੀਰ ਦੇ ਵਿੱਚ ਹੈ, ਗਰਮੈਸ਼ ਦੇ ਸਹਾਰੇ ਸਰੀਰ ਚੱਲਦਾ ਪਿਆ, ਉਹ ਘਟ ਜਾਂਦੀ ਹੈ ਨਾਭੀ ਦੇ ਹੇਠਾਂ। ਦੂਜਾ, ਜਦੋਂ ਗਰਮੈਸ਼ ਘਟੇਗੀ ਅਤੇ ਆਲਸ ਚੜ੍ਹ ਜਾਏਗਾ, ਉੱਠਣ ਨੂੰ ਜੀਅ ਨਾ ਕਰਨਾ, ਭੁੱਖ ਘਟੇਗੀ, ਔਰ ਦਿਲ ਕਰੇਗਾ ਵੀ ਸੁੱਤੇ ਰਹੀਏ, ਉੱਠੀਏ ਨਾ, ਬੋਲੀਏ ਨਾ, ਔਰ ਫੁਰਨਿਆਂ ਦੀ ਤਾਦਾਦ ਵੱਧ ਜਾਏਗੀ। ਜਿਵੇਂ ਹੀ ਗਰਮੈਸ਼ ਬ੍ਰਹਮ ਅਗਨ ਘਟੂਗੀ, ਫੁਰਨੇ ਵੱਧ ਜਾਣਗੇ। ਔਰ ਸੂਖਮ ਗਿਆਨ ਇੰਦਰੀਆਂ, ਕਰਮ ਇੰਦਰੀਆਂ 'ਤੇ ਜਦੋਂ ਇਹ ਪਾਏਗਾ ਅਤੇ ਉਹ ਸੱਚ ਵਿਖਣਾ ਬੰਦ ਹੋ ਜਾਏਗਾ, ਅਨਹਦ ਸ਼ਬਦ ਪਾਸੋਂ ਧਿਆਨ ਹਟ ਜਾਏਗਾ, ਅਤੇ ਮਾਲਕ ਦੀ ਉਸਤਤ ਦੀ ਔਰ ਮਿੱਠੇ ਬੋਲਾਂ ਦੀ ਬਜਾਏ ਤੁਸੀਂ ਨਿੰਦਿਆ, ਚੁਗਲੀ, ਆਸ਼ਾ, ਬਿਲਾਸ਼ਾ, ਧਨ ਵਪਾਰ, ਇੱਧਰ ਦੇ ਬਚਨ ਕਰਨੇ ਸ਼ੁਰੂ ਕਰ ਦਿਓਗੇ। ਔਰ ਮੈਂ ਇਹ ਪੁਆਇੰਟ ਚੁੱਕਿਆ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਦੱਸਿਆ ਹੈ ਗੁਰਮੁਖਾਂ ਨੇ ਕਿ ਤੁਸੀਂ ਜਿਹੜੀ ਹੈ ਉਹ ਬ੍ਰਹਮ ਅਗਨ ਪ੍ਰਗਟ ਕਰਕੇ ਰੱਖਣੀ ਹੈ, ਜਿੰਨੀ ਕੁ ਲੋੜ ਦੇ ਮੁਤਾਬਕ ਵੀ ਜਾਲ ਕੱਟਿਆ ਜਾਏ। ਜਿਹੜਾ ਗੁਰਮੁਖ ਕਹਿੰਦੇ ਨਾ ਵੀ ਸਿਮਰਨ ਕਰਦਿਆਂ 15 ਕੁ ਮਿੰਟ, 12-15 ਮਿੰਟ ਬਾਅਦ ਜਾ ਕੇ ਸਾਨੂੰ ਇੱਕ ਆਨੰਦ ਜਿਹਾ ਮਹਿਸੂਸ ਹੋਣ ਲੱਗ ਜਾਂਦਾ, ਉਹ ਤਾਂ ਹੁੰਦਾ ਹੈ ਵੀ ਉਹ 12 ਤੋਂ 15 ਮਿੰਟ ਦੇ ਪਹਿਲੀ ਸਟੇਜ 'ਤੇ 12 ਤੋਂ 15 ਮਿੰਟ ਦੇ, ਔਰ ਜਦੋਂ ਫਿਰ ਪਰਪੱਕਤਾ ਆ ਜਾਵੇ ਫਿਰ 7-8 ਮਿੰਟਾਂ ਦੇ ਵਿੱਚ ਜਿਹੜੀ ਹੈ, ਜੇ ਆਪਾਂ ਸਹਿਜ ਵਿੱਚ ਸਿਮਰਨ ਅਭਿਆਸ ਕਰੀਏ ਨਾ, ਅਤੇ ਬ੍ਰਹਮ ਅਗਨ ਪ੍ਰਗਟ ਹੋ ਜਾਂਦੀ ਹੈ 12 ਤੋਂ 15 ਮਿੰਟ 'ਚ। ਉਹ ਜਦੋਂ ਇੱਕਦਮ ਬ੍ਰਹਮ ਅਗਨ ਅੰਦਰੋਂ ਇੱਕਦਮ ਨਹੀਂ ਹੁੰਦੀ ਪ੍ਰਗਟ, ਜਿਵੇਂ ਆਪਾਂ ਸਿਮਰਨ ਸ਼ੁਰੂ ਕੀਤਾ, ਹੌਲੀ 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 ਵੱਧਦੀ ਹੈ। ਅਤੇ ਬ੍ਰਹਮ ਅਗਨ ਹੀ ਇੱਕ ਐਸੀ ਚੀਜ਼ ਹੈ ਸਾਡੇ ਅੰਦਰ ਦੀ ਜਿਹੜੀ ਗਰਮੈਸ਼, ਕਿ ਇਹਦੇ ਤੋਂ ਇਲਾਵਾ ਆਪਣੇ ਇੰਨੇ ਵੱਡੇ ਸਰੀਰ ਵਿੱਚ ਕੋਈ ਵੀ ਕਾਲ ਦਾ ਜਾਲ ਨਹੀਂ ਕੱਟ ਸਕਦਾ।
ਜਿਹਨੂੰ ਮਹਾਰਾਜ ਕਹਿੰਦੇ ਨੇ ਕਾਲ ਜਾਲ ਜਿਹਬਾ ਅਰ ਨੈਣੀ, ਕਾਨੀ ਕਾਲ ਸੁਣੇ ਬਿਖ ਬੈਣੀ। ਤੇ ਇਹ ਮਤਲਬ ਕਹਿੰਦੇ ਆ ਬ੍ਰਹਮ ਅਗਣ ਜਾਲ ਪਰ ਜਾਲੇ। ਬ੍ਰਹਮ ਅਗਣ ਜਿਹੜਾ ਹੈ ਉਹ ਕਾਲ ਦਾ ਜਾਲ ਕੱਟਦੀ ਹੈ। ਤੇ ਮਹਾਰਾਜ ਕਹਿੰਦੇ ਨੇ ਕਿ ਸਿਮਰਨ ਕਰਕੇ ਤੁਸੀਂ ਜਾਲ ਕੱਟੀ ਜਾਓ, ਬ੍ਰਹਮ ਅਗਣ ਦੁਆਰਾ ਕੱਟੋ। ਜਦੋਂ ਬ੍ਰਹਮ ਅਗਣ ਤੁਸੀਂ ਪ੍ਰਗਟ ਨਹੀਂ ਕਰਦੇ ਲੋੜ ਮੁਤਾਬਕ, ਜਿੰਨੀ ਕਿ ਤੁਹਾਡੇ ਸਰੀਰ ਨੂੰ ਲੋੜ ਹੈ, ਜਦੋਂ ਬ੍ਰਹਮ ਅਗਣ ਘਟਦੀ ਹਮੇਸ਼ਾ ਘਟੀ ਰਹੇਗੀ, ਉਹਨੂੰ ਤੁਸੀਂ ਵਧਾਓਗੇ ਨਾ ਸਿਮਰਨ ਕਰਕੇ, ਫਿਰ ਸਰੀਰ ਰੋਗੀ ਹੋ ਜਾਂਦਾ। BP ਘਟ ਜਾਣਾ, ਦਿਲ ਦੇ ਰੋਗ, ਕੋਲੇਸਟਰੋਲ ਕਿਉਂ ਹੁੰਦਾ ਹੈ? ਸਰੀਰ ਦੇ ਵਿੱਚ ਕੋਲੇਸਟਰੋਲ ਦੀ ਅੱਜ ਕੱਲ੍ਹ ਪ੍ਰੋਬਲਮ ਬਹੁਤ ਆਉਣ ਲੱਗ ਗਈ ਹੈ। ਕੋਲੇਸਟਰੋਲ ਤੇ ਕ੍ਰੈਟਿਨਿਨ ਦੀ। ਇਹ ਕਿਉਂ ਵੱਧਦਾ ਹੈ ਕੋਲੇਸਟਰੋਲ? ਜਿਹੜਾ ਇਹ ਲਗਾਤਾਰ ਤੁਹਾਡੇ ਉੱਤੇ ਕਾਲ ਜਿਹੜਾ ਜਾਲ ਪਾਈ ਰੱਖਦਾ ਹੈ, ਔਰ ਉਹਦੇ ਕਰਕੇ ਬ੍ਰਹਮ ਅਗਣ ਘਟੀ ਰਹਿੰਦੀ ਹੈ। ਤੇ ਜਿਹੜੀਆਂ ਸਰੀਰ ਦੀਆਂ ਨਾੜਾਂ ਆ, ਨਰਵਸ ਸਿਸਟਮ ਹੈ, ਉਹਨਾਂ ਦੇ ਵਿੱਚ ਜਿਹੜਾ ਹੈ ਉਹ ਚਿਕਨਾਈ ਜੰਮ ਜਾਂਦੀ ਹੈ। ਦਿਲ ਦੇ ਵਿੱਚ ਚਿਕਨਾਈ ਜੰਮ ਜਾਂਦੀ ਹੈ। ਕੋਈ ਵੀ ਚੀਜ਼ ਖਾਓਗੇ, ਉਹ ਖਾਂਦੇ ਆਪਾਂ ਥੋੜ੍ਹੀਆਂ ਤੇ ਉਹ ਅਸਰ ਜ਼ਿਆਦਾ ਕਰੇਗੀ। ਜਿਵੇਂ ਫਿਰ ਘਿਓ ਹੈ, ਥਿੰਦੀਆਂ ਚੀਜ਼ਾਂ ਜਿਹੜੀਆਂ ਥੰਧਿਆਈ ਵਾਲੀਆਂ ਚੀਜ਼ਾਂ ਹੋ ਗਈਆਂ, ਮੱਖਣੀ ਹੋ ਗਈ, ਜਾਂ ਹੋਰ ਆਪਣੇ ਇਹਦੇ ਵਿੱਚ ਆਟੇ ਵਿੱਚ ਵੀ ਥੰਧਿਆਈ ਹੁੰਦੀ ਹੈ, ਤੇ ਉਹ ਚਿਕਨਾਹਟ ਜੰਮਣ ਲੱਗ ਜਾਂਦੀ ਹੈ। ਚਿਕਨਾਹਟ ਹੁਣ ਕਿਉਂ ਜੰਮਦੀ ਹੈ? ਹੁਣ ਜਿਹੜੀ ਕੋਈ ਪਾਈਪ ਹੈ, ਪਾਈਪ ਸਰਦੀਆਂ ਦੇ ਵਿੱਚ ਆਪਾਂ ਦੇਖਦੇ ਹਾਂ ਨਾ, ਜੇ ਕੋ ਹੁਣ ਪਾਈਪ ਜਿਹੜੀਆਂ ਹੁੰਦੀਆਂ ਨੇ ਉਹ ਆਪਾਂ ਦੇਖਦੇ ਹਾਂ, ਉਹਨਾਂ ਦੇ ਵਿੱਚ ਚਿਕਨਾਹਟ ਜੰਮ ਜਾਂਦੀ ਹੈ। ਫਿਰ ਆਪਾਂ ਉੱਪਰ ਦੀ ਗਰਮ ਪਾਣੀ ਉਹਦੇ ਵਿੱਚ ਪਾਉਂਦੇ ਹਾਂ ਤੇ ਉਹ ਚਿਕਨਾਹਟ ਜਿਹੜੀ ਉਹ ਸਾਫ਼ ਹੋ ਕੇ ਪਾਈਪਾਂ ਸਾਫ਼ ਹੋ ਜਾਂਦੀਆਂ ਨੇ। ਇਸੇ ਤਰੀਕੇ ਸਾਡੀਆਂ ਨਾੜੀਆਂ ਨੇ। ਹੁਣ ਬ੍ਰਹਮ ਅਗਣ ਜਿਹੜੀ ਹੈ ਅੰਦਰੋਂ ਤੁਸੀਂ ਪੂਰੀ ਪ੍ਰਗਟ ਨਹੀਂ ਕਰਦੇ। ਬ੍ਰਹਮ ਅਗਣ ਦਾ ਪ੍ਰਗਟ ਕਰਨ ਦਾ ਤਰੀਕਾ ਹੈ ਸਾਸਗ੍ਰਸ ਸਿਮਰਨ। ਜਦੋਂ ਪੂਰੀ ਮਾਤਰਾ ਦੇ ਵਿੱਚ ਬ੍ਰਹਮ ਅਗਣ ਪ੍ਰਗਟ ਰਹਿੰਦੀ ਹੈ ਤੇ ਸਰੀਰ ਦੀਆਂ ਨਾੜਾਂ ਦੇ ਵਿੱਚ ਗਰਮੈਸ਼ ਬਣੀ ਰਹਿੰਦੀ ਹੈ ਲੋੜ ਮੁਤਾਬਕ। ਜ਼ਿਆਦਾ ਗਰਮੈਸ਼ ਵੀ ਮਾੜੀ ਹੈ, ਲੋੜ ਮੁਤਾਬਕ ਬਣੀ ਰਹਿੰਦੀ ਹੈ। ਤੇ ਉਹ ਜਿਹੜੀ ਹੈ ਕੋਲੇਸਟਰੋਲ ਤੇ ਜਿਹੜਾ ਕ੍ਰੈਟਿਨਿਨ ਹੈ ਇਹ ਨਹੀਂ ਨਾੜਾਂ ਦੇ ਵਿੱਚ ਜੰਮਦਾ, ਤੇ ਦਿਲ ਦਾ ਪੰਪ ਜਿਹੜਾ ਉਹ ਸਹੀ ਕੰਮ ਕਰੀ ਜਾਂਦਾ। ਜਦੋਂ ਅੰਦਰ ਚਿਕਨਾਈ ਨਹੀਂ ਜੰਮੇਗੀ, ਕੋਲੇਸਟਰੋਲ ਵਧੇਗਾ ਹੀ ਨਹੀਂ। ਖੂਨ ਦੇ ਵਿੱਚ ਜਿਹੜੀ ਗੰਦਗੀ ਹੈ ਉਹ ਵੀ ਅੰਦਰ ਗਰਮੀ ਘਟਣ, ਜਿਹੜੀ ਬ੍ਰਹਮ ਅਗਣ ਘਟਣ ਦੇ ਕਾਰਨ ਖੂਨ ਦੇ ਵਿੱਚ ਗੰਦਗੀ ਪੈਦਾ ਹੋ ਜਾਂਦੀ ਹੈ, ਰੇਸ਼ਾ ਪੈਦਾ ਹੋ ਜਾਂਦਾ, ਜ਼ਖਮ ਪੈਦਾ ਹੋ ਜਾਂਦੇ ਨੇ, ਪਿੱਤ ਪੈਦਾ ਹੋ ਜਾਂਦੀ ਹੈ, ਕਫ ਪੈਦਾ ਹੋ ਜਾਂਦੀ ਹੈ। ਸੋ ਇਹ ਸਾਰਾ ਹੀ ਖੇਲ ਜਿਹੜਾ ਹੈ ਇਹ ਬ੍ਰਹਮ ਅਗਣ ਘਟਣ ਕਰਕੇ ਹੈ। ਇੱਕ ਤਾਂ ਬ੍ਰਹਮ ਅਗਣ ਘਟਣ ਕਰਕੇ ਸਾਨੂੰ ਵਿਚਾਰ ਚੱਲਦੇ ਨੇ, ਇੱਕ ਸਾਡੇ ਸਰੀਰ ਰੋਗੀ ਹੋ ਜਾਏਗਾ। ਸਰੀਰ ਰੋਗੀ ਹੋਏਗਾ ਤੇ ਮਨ ਸਹਿਜ ਸੁਭਾਅ ਰੋਗੀ ਹੋ ਜਾਂਦਾ। ਹੁਣ ਜੇ ਸਰੀਰ ਤੋਂ ਉੱਠਿਆ ਨਾ ਜਾਏ ਤੇ ਮਨ ਕਿਵੇਂ ਉਤਸ਼ਾਹ ਦੇ ਨਾਲ ਸਿਮਰਨ ਕਰ ਲਏਗਾ? ਹੁਣ ਵਡੇਪੇ ਦੇ ਵਿੱਚ ਜਾ ਕੇ ਸਿਮਰਨ ਕਰਨਾ ਕਿਉਂ ਔਖਾ ਹੈ? ਕਿਉਂਕਿ ਸਰੀਰ ਦੀ ਜਾਨ ਨਿਕਲ ਜਾਂਦੀ ਹੈ। ਜਿਹਨੂੰ ਮਹਾਰਾਜ ਕਹਿੰਦੇ ਆ ਧਨ ਤੇ ਜੋਬਨ ਦੋ ਚੀਜ਼ਾਂ ਦਿੱਤੀਆਂ ਨੇ, ਧਨ ਸਵਾਸਾਂ ਦਾ, ਜੋਬਨ ਸਰੀਰ ਦਾ। ਤੇ ਜਦੋਂ ਜੋਬਨ ਹੌਲੀ ਹੌਲੀ ਖਤਮ ਹੋਣਾ ਦਿਨੋਂ ਦਿਨ, ਹਰ ਇੱਕ ਦਿਨ ਆਪਣਾ ਹਰੇਕ ਜੀਵ ਦਾ ਜੋਬਨ ਜਿਹੜਾ ਉਹ ਖਤਮ ਹੋ ਰਿਹਾ। ਤੇ ਜਦੋਂ ਜੋਬਨ ਖਿਸ ਜਾਂਦਾ ਹੈ, ਕਾਲੀ ਹੂੰ ਫੁਣ ਧੌਲੇ ਆਏ, ਤੇ ਉਹ ਫਿਰ ਪਿੱਛੇ ਜਾ ਕੇ ਬ੍ਰਹਮ ਅਗਣ ਘਟ ਜਾਂਦੀ ਹੈ, ਸਰੀਰ ਜਿਹੜਾ ਸਾਥ ਘਟ ਜਾਂਦਾ। ਫਿਰ ਸਿਮਰਨ ਕਰਨਾ, ਅਕਥ ਕਥਾ ਬੈਠਣਾ ਕਰਨਾ ਫਿਰ ਔਖਾ ਹੋ ਜਾਂਦਾ। ਸੋ ਸਭ ਤੋਂ ਪਹਿਲਾਂ ਜਿਹੜਾ ਮੇਰਾ ਅੱਜ ਦਾ ਪੁਆਇੰਟ ਹੈ ਕਿ ਤੁਸੀਂ ਬ੍ਰਹਮ ਅਗਣ ਨੂੰ ਸਹਿਜ ਸੁਭਾਅ ਜਿਹੜਾ ਹੈ ਪ੍ਰਗਟ ਕਰਕੇ ਰੱਖੋ। ਨਹੀਂ ਤਾਂ ਇੱਕ ਤਾਂ ਬ੍ਰਹਮ ਅਗਣ ਦੀ ਗਰਮੈਸ਼ ਹੈ ਜਿਹਦੇ ਸਾਰੇ ਆਪਣਾ ਸਰੀਰ ਚੱਲਦਾ। ਜਦੋਂ ਇਹ ਗਰਮੈਸ਼ ਜਿਹੜੀ ਜ਼ਰੂਰਤ ਮੁਤਾਬਕ ਤੁਸੀਂ ਪ੍ਰਗਟ ਨਾ ਕਰੋਗੇ ਤਾਂ ਇਹਦੇ ਤੋਂ ਅਲੱਗਾ ਜਿਹੜਾ ਆ ਇਹ ਅੰਦਰ ਗੰਦਗੀ ਦੇ ਤੱਤ ਪੈਦਾ ਕਰਕੇ ਨਾ, ਪਾਣੀ ਜਿਹੜਾ ਹੈ ਆਪਣੇ ਅੰਦਰ ਪਾਣੀ ਹੁੰਦਾ, ਸਰੀਰ ਪਾਣੀ ਤੋਂ ਬਣਿਆ, ਇਹ ਧਿਆਨ ਨਾਲ ਸੁਣਨਾ। ਪਾਣੀ ਨੂੰ ਇਹ ਗੰਧਲਾ ਕਰ ਦਿੰਦਾ, ਅੰਦਰ ਪ੍ਰਦੂਸ਼ਿਤ ਕਰ ਦਿੰਦਾ। ਕਾਲ ਕਿਵੇਂ ਪ੍ਰਦੂਸ਼ਿਤ ਹੋਏਗਾ? ਜਦੋਂ ਸਰੀਰ ਦੇ ਵਿੱਚ ਗਰਮੈਸ਼ ਨਾ ਹੋਏਗੀ ਤੇ ਜਿਹੜੀ ਅੰਦਰ ਗੰਦਗੀ ਹੈ ਉਹ ਖਤਮ ਨਹੀਂ ਹੁੰਦੀ, ਉਹ ਜਮ੍ਹਾਂ ਹੁੰਦੀ ਰਹਿੰਦੀ ਹੈ। ਉਹ ਪਾਣੀ ਜਿਹੜਾ ਹੈ ਉਹ ਪ੍ਰਦੂਸ਼ਿਤ ਹੋ ਜਾਂਦਾ ਅੰਦਰ। ਪਾਣੀ ਦੇ ਵਿੱਚ ਪ੍ਰਦੂਸ਼ਣ ਆ ਗਿਆ, ਜਿਹੜੇ ਸਾਡੇ ਸਰੀਰ ਦੇ ਵਿੱਚ, ਪਿੱਤੇ ਦੇ ਵਿੱਚ, ਗੁਰਦਿਆਂ ਦੇ ਵਿੱਚ ਜਿਹੜਾ ਸਾਰਾ ਜਿੰਨਾ ਕੁ ਲੋੜ ਪਾਣੀ ਹੈ ਉਹ ਪ੍ਰਦੂਸ਼ਣ ਆ ਜਾਂਦਾ। ਉਹ ਹੁਣ ਪ੍ਰਦੂਸ਼ਣ ਨੂੰ ਖਤਮ ਕਰਨ ਦੇ ਲਈ ਸਰੀਰ ਜਿਹੜਾ ਹੈ ਉਹ ਆਪਦਾ ਜ਼ੋਰ ਲਾਉਂਦਾ। ਸਰੀਰ ਜ਼ੋਰ ਲਾ ਕੇ ਆਟੋਮੈਟਿਕ ਤੱਤ ਆਪਦੀ ਗਰਮੈਸ਼ ਵਧਾਉਂਦੇ ਨੇ ਕਿ ਵੀ ਜਿਹੜੀ ਹੁਣ ਇਹ ਪਾਣੀ ਦੇ ਵਿੱਚ ਜਿਹੜੀ ਗੰਦਗੀ ਆ ਗਈ ਹੈ ਇਹਨੂੰ ਸਾੜਿਆ ਜਾਵੇ। ਉਹ ਜਦੋਂ ਆਪ ਤੱਤ ਜ਼ੋਰ ਲਾਉਣਗੇ ਫਿਰ ਉਹ ਤੁਹਾਨੂੰ ਤੇਜ਼ਾਬ ਬਣ ਜਾਏਗਾ, ਤਾਪ ਚੜ੍ਹ ਜਾਏਗਾ, ਗਰਮੈਸ਼ ਦੀਆਂ ਤੁਹਾਡੇ ਅੰਦਰ ਬਿਮਾਰੀਆਂ ਪੈਦਾ ਹੋ ਜਾਣਗੀਆਂ। ਆਪਾਂ ਕਹਿੰਦੇ ਹਾਂ ਵੀ ਮੇਰੇ ਪਿੰਡੇ ਵਿੱਚ ਤਾਂ ਵੈਸੇ ਹੀ ਗਰਮੈਸ਼ ਬਹੁਤ ਰਹਿੰਦੀ ਹੈ, ਮੈਨੂੰ ਬ੍ਰਹਮ ਅਗਣ ਦੀ ਲੋੜ ਹੀ ਨਹੀਂ। ਜਿਹੜੀ ਇਹ ਗਰਮੈਸ਼ ਤੁਹਾਡੇ ਅੰਦਰ ਰਹਿੰਦੀ ਹੈ ਇਹ ਤਾਂ ਇੱਕ ਬਿਮਾਰੀ ਕਰਕੇ ਰਹਿਣ ਲੱਗ ਗਈ ਹੈ। ਜਿਹੜੀ ਮਿਹਦੇ ਦੀ ਗਰਮੈਸ਼ ਹੈ, ਪੇਟ ਦੀ ਗਰਮੈਸ਼ ਹੈ,
ਗੁਰਦਿਆਂ ਵਿੱਚ ਗਰਮੈਸ਼ ਰਹਿਣੀ ਸ਼ੁਰੂ ਹੋ ਜਾਂਦੀ ਹੈ, ਥੱਲੇ ਨਲਾਂ ਵਿੱਚ ਗਰਮੈਸ਼ ਰਹਿਣੀ ਸ਼ੁਰੂ ਹੋ ਜਾਂਦੀ ਹੈ। ਇਹ ਬਿਮਾਰੀ ਕਰਕੇ ਆ। ਜੇ ਤੁਹਾਨੂੰ ਮਿਹਦੇ 'ਚ ਗਰਮੈਸ਼ ਹੈ, ਨਲਾਂ ਦੇ ਵਿੱਚ ਗਰਮੈਸ਼ ਹੈ, ਪਿੱਤੇ 'ਚ ਗਰਮੈਸ਼ ਹੈ, ਗੁਰਦਿਆਂ 'ਚ ਗਰਮੈਸ਼ ਹੈ, ਉਹ ਇਟ ਮੀਨਸ ਉੱਥੇ ਗੰਦਗੀ ਜਮ੍ਹਾਂ ਹੈ ਤੇ ਸਰੀਰ ਦੇ ਤੱਤ ਜਿਹੜੇ ਨੇ ਉਹਨਾਂ ਦੇ ਅੰਦਰ ਵੀ ਸੈਂਸ ਹੁੰਦੀ ਹੈ। ਕਿਉਂਕਿ ਮੈਂ ਦੱਸਿਆ ਨਾ ਪੰਜਵੀਂ ਗਿਆਨ ਇੰਦਰੀ ਸਾਡੀ ਚਮੜੀ ਹੈ, ਚਮੜੀ ਦੇ ਅੰਦਰ ਸੈਂਸ ਹੈ। ਜਿੱਥੇ ਗੰਦਗੀ ਜਮ੍ਹਾਂ ਹੈ ਉਹ ਸਹਿਜ ਸੁਭਾਏ ਉਨੀ ਕੁ ਉੱਥੋਂ ਗਰਮੈਸ਼ ਵਧੇਗੀ ਵੀ ਜਿਹੜੀ ਹੈ ਗੰਦਗੀ ਨੂੰ ਸਾੜਨ ਦੇ ਲਈ। ਜਿਵੇਂ ਹੁਣ ਆਪਾਂ ਬਾਹਰ, ਹੁਣ ਜੇ ਆਪਣੇ ਪਲਾਟ ਹੁੰਦੇ ਘਰਾਂ ਦੇ ਅੱਗੇ ਗੰਦਗੀ ਗਲੀ ਦੇ ਵਿੱਚ ਹੋ ਜਾਂਦੀ, ਜਿੱਥੇ ਜਦੋਂ ਉੱਥੇ ਕਚਰਾ ਇਕੱਠਾ ਹੋ ਜਾਂਦਾ ਫਿਰ ਆਪਾਂ ਕੀ ਕਰਦੇ ਹਾਂ, ਡਸਟਬਿਨ ਵਾਲਾ ਕਚਰਾ ਆ ਕੀ ਆਪਾਂ ਇਕੱਠਾ ਕਰਕੇ ਉਹਨੂੰ ਅੱਗ ਲਾਉਂਦੇ ਹਾਂ ਨਾ। ਇਸੇ ਤਰੀਕੇ ਜਦੋਂ ਅੰਦਰ ਕਚਰਾ ਇਕੱਠਾ ਹੋ ਜਾਂਦਾ ਹੈ ਤੇ ਫਿਰ ਉਹਨੂੰ ਇਹ ਤੱਤ ਜਿਹੜੇ ਨੇ ਇਕੱਠਾ ਕਰਕੇ ਤੇ ਅੱਗ ਲਾਉਂਦੇ ਨੇ। ਇਹਨਾਂ ਦੇ ਵਿੱਚ ਸੈਂਸ ਹੈ। ਤੇ ਉਹ ਜੇ ਤੁਸੀਂ ਸਿਮਰਨ ਕਰਕੇ ਬ੍ਰਹਮ ਅਗਨ ਨੂੰ ਸੁਭਾਵਿਕ ਮਾਤਰਾ ਹਰ ਟਾਈਮ ਥੋੜ੍ਹਾ ਥੋੜ੍ਹਾ ਕਰਮ ਦੇ ਨਾਲ ਸਿਮਰਨ ਕਰੀ ਜਾਓਗੇ, ਮੈਂ ਗਰੰਟੀ ਦੇ ਨਾਲ ਲਿਖ ਕੇ ਕਹਿਣਾ, ਲਿਖਾ ਲਓ ਚਾਹੇ ਮੇਰੇ ਤੋਂ, ਵੀ ਜੇ ਲੋੜ ਮੁਤਾਬਕ ਤੁਸੀਂ ਕਰੀ ਜਾਓਗੇ, ਇੱਕ ਤਾਂ ਜਿਹੜਾ ਹੈ ਮਨ ਜਿਹੜਾ ਹੈ ਉਹ ਸੱਚ ਦੇ ਸਨਮੁਖ ਰਹੇਗਾ, ਅਨਹਦ ਨਾਦ ਸੁਣਦਾ ਰਹੇਗਾ, ਹੁਕਮ 'ਚ ਰਹੇਗਾ। ਦੂਜਾ ਜਿਹੜਾ ਇਹ ਤਨ ਦੇ ਉੱਤੇ ਜਾਲ ਪੈਣ ਕਰਕੇ ਰੋਗੀ ਹੋ ਗਿਆ, ਹੌਲੀ 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 ਉੱਧਰੋਂ ਅੰਮ੍ਰਿਤ ਰਸ ਆਏਗਾ, ਉੱਧਰੋਂ ਇਹ ਬ੍ਰਹਮ ਅਗਨ ਸੈੱਟ ਰਹੇਗੀ ਤੇ ਇਹਦੇ ਜਿੰਨੇ ਵੀ ਰੋਗ ਨੇ, ਕਿਉਂਕਿ ਜਦੋਂ ਗਰਮੈਸ਼ ਪੂਰੀ ਰਹੇਗੀ, ਜਿਵੇਂ ਹੁਣ ਰੋਜ਼ ਦਾ ਰੋਜ਼ ਆਪਾਂ ਘਰੋਂ ਕਚਰਾ ਜਿੰਨਾ ਕੁ ਹੋਇਆ ਉਹਨੂੰ ਇਕੱਠਾ ਕੀਤਾ ਤੇ ਬਾਹਰ ਜਾ ਕੇ ਆਪਾਂ ਉਹਨੂੰ ਥੋੜ੍ਹੇ ਥੋੜ੍ਹੇ ਨੂੰ ਅੱਗ ਲਾਉਂਦੇ ਰਹੀਏ ਤੇ ਘਰ ਦੇ ਵਿੱਚ ਕਚਰਾ ਸਾਹਮਣੇ ਗੰਦਗੀ ਪਲਾਟ 'ਚ ਕਿਤੇ ਗਲੀ 'ਚ ਕਿਤੇ ਖਾਲੀ ਜਗ੍ਹਾ ਦੇ ਵਿੱਚ ਇਕੱਠੀ ਨਹੀਂ ਹੋਏਗੀ। ਤੇ ਜੇ ਉਹ ਕਚਰਾ ਇੱਕ ਵਾਰੀ ਇਕੱਠਾ ਕਰ ਦਈਏ ਤੇ ਫਿਰ ਉਹਨੂੰ ਇਕੱਠੇ ਨੂੰ ਵੀ ਅੱਗ ਲਾਈਏ ਤੇ ਉਹ ਪ੍ਰਦੂਸ਼ਣ ਵੀ ਕਰੇਗਾ, ਸਾਰਾ ਕੁਝ ਕਰੇਗਾ। ਇਸੇ ਤਰੀਕੇ ਜਦੋਂ ਰੋਜ਼ ਦਾ ਰੋਜ਼ ਤੁਸੀਂ ਸਿਮਰਨ ਕਰਦੇ ਰਹੋਗੇ, ਵਾਹਿਗੁਰੂ, ਤਾਂ ਹੀ ਸਹਿਜ ਸਿਮਰਨ ਦੱਸਿਆ। ਇਹਨੂੰ ਬਹੁਤ ਜ਼ਿਆਦਾ ਵੀ ਸਿਮਰਨ ਕਰ ਕਰਕੇ ਇਹਨੂੰ ਬਹੁਤ ਜ਼ਿਆਦਾ ਵੀ ਨਹੀਂ ਪ੍ਰਗਟ ਕਰ ਲੈਣਾ, ਕਿਉਂਕਿ ਬ੍ਰਹਮ ਅਗਨ ਇੱਕ ਐਸੀ ਚੀਜ਼ ਹੈ, ਇਹਨੂੰ ਜਿੰਨੀ ਪ੍ਰਗਟ ਕਰਦੇ ਜਾਓਗੇ ਹੁੰਦੀ ਜਾਏਗੀ। ਇਹ ਲਿਮਟ ਤੋਂ ਬਾਹਰ ਪ੍ਰਗਟ ਹੋ ਜਾਏ ਸਰੀਰ ਨੂੰ ਅੱਗ ਵੀ ਲੱਗ ਸਕਦੀ ਹੈ। ਉਹ ਤਾਂ ਇੱਕ ਬਹੁਤ ਅਲੱਗ ਸਟੇਜ ਹੈ ਉੱਚੀ। ਪਰ ਤੁਸੀਂ ਸਹਿਜ ਵਿੱਚ ਜਦੋਂ ਸਿਮਰਨ ਜਾਰੀ ਰੱਖੋਗੇ, ਜੇ ਹੁਣ ਤੁਸੀਂ ਸਟਰੋਕ ਮਾਰੀ ਜਾਓ, ਧੁਨੀ ਦਾ ਧਿਆਨ ਲੈ ਕੇ ਉੱਚੀ 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 ਸਿਮਰਨ ਕਰੀ ਜੋ ਵਿਧੀ ਤੋਂ ਬਾਹਰ ਹੋ ਜਾਓ ਤੇ ਅੱਗ ਲੱਗ ਜਾਏਗੀ ਅੰਦਰ ਸਰੀਰ ਦੇ ਵਿੱਚ। ਹੁਣ ਆਪਾਂ ਦੇਖਦੇ ਨਹੀਂ ਕਈ ਗੁਰਮੁਖ ਵੈਸੇ ਹੀ ਜ਼ੋਰ ਲਾ ਕੇ ਫਿਰ ਉਹ ਕਹਿੰਦੇ ਨੇ ਸਾਡੇ ਢਿੱਡ 'ਚ ਗਰਮੈਸ਼ ਹੋ ਗਈ ਹੈ ਜੀ, ਰੋਟੀ ਨਹੀਂ ਪਚਦੀ ਜੀ, ਨਲਾਂ ਨੂੰ ਖਿੱਚ ਪੈ ਗਈ ਜੀ। ਉਹ ਜਦੋਂ ਫਿਰ ਹੱਦ ਤੋਂ ਜ਼ਿਆਦਾ ਬਿਨਾਂ ਵਿਧੀ ਪੁੱਛੇ, ਬਿਨਾਂ ਕਿਸੇ ਗੁਰਮੁਖ ਦੀ ਸਲਾਹ ਤੋਂ ਤੁਸੀਂ ਵੀ ਐਵੇਂ ਅੰਨਾ ਜ਼ੋਰ ਲਾਈ ਜਾਓਗੇ ਤਾਂ ਵੀ ਫਿਰ ਉਹ ਨਲਾਂ ਦੇ ਵਿੱਚ ਗਰਮੈਸ਼ ਬਹਿ ਜਾਂਦੀ ਹੈ। ਸੋ ਇਸੇ ਕਰਕੇ ਸਿਮਰਨ ਕਰਨਾ ਵਿਧੀ ਨਾਲ, ਸਹਿਜ ਵਿੱਚ। ਤਾਂ ਹੀ ਕਿਹਾ ਆ ਜਿਹੜਾ ਇਹ ਗੁਰਮੁਖ ਕਰਮ ਦੇ ਨਾਲ ਸਿਮਰਨ ਕਰਦੇ ਆ ਨਾ, ਕਰਮ ਕਰੀ ਜਾਂਦੇ ਨੇ ਨਾਲ ਨਾਲ ਸਿਮਰਨ ਕਰ ਜਾਂਦੇ ਆ, ਇਸ ਤੋਂ ਉੱਪਰ ਤਾਂ ਕੋਈ ਵਿਧੀ ਨਹੀਂ ਹੈਗੀ, ਇਸ ਤੋਂ ਉੱਪਰ ਤਾਂ ਕੋਈ ਵਿਚਾਰ ਹੀ ਨਹੀਂ, ਇਸ ਤੋਂ ਵੱਡੀ ਤਾਂ ਕੋਈ ਦਵਾਈ ਨਹੀਂ ਹੈਗੀ ਕਰਮ ਦੇ ਨਾਲ ਸਿਮਰਨ ਕਰਨਾ। ਕਿਉਂਕਿ ਜਿੰਨਾ ਕੁ ਧਿਆਨ ਕਰਮ 'ਚ ਹੈ ਉਹ ਕਰਮ ਹੋਈ ਜਾਂਦਾ, ਨਾਲ ਨਾਲ ਸਿਮਰਨ ਕਰੀ ਜਾਂਦਾ। ਨਾ ਤਾਂ ਮਨ ਨੂੰ ਮੈਲ ਲੱਗਦੀ ਹੈ ਤੇ ਨਾ ਤਨ ਨੂੰ ਮੈਲ ਲੱਗਦੀ ਹੈ, ਬਰਾਬਰ ਗਤੀ ਬਣੀ ਰਹਿੰਦੀ ਹੈ। ਸਭ ਤੋਂ ਪਹਿਲਾਂ ਪੇਟ ਦੇ ਰੋਗ ਦੂਰ ਹੁੰਦੇ ਆ ਸਿਮਰਨ ਕਰਕੇ, ਜੇ ਸਹੀ ਤਰੀਕੇ ਨਾਲ ਕੀਤਾ ਜਾਵੇ। ਹੁਣ ਜੇ ਪੇਟ ਕੋਈ ਵੀ ਆਪਣੇ ਸਰੀਰ ਦੇ ਵਿੱਚ ਰੋਗ ਆ, ਉਹ ਪੇਟ ਤੋਂ ਸ਼ੁਰੂ ਹੁੰਦਾ ਹੈ। ਪੇਟ ਦੇ ਵਿੱਚ ਕਬਜ਼ ਰਹਿਣੀ, ਕਦੇ ਲੂਜ਼ ਮੋਸ਼ਨ ਲੱਗ ਜਾਣੇ, ਪੇਟ ਦੇ ਤੱਤਾਂ ਦਾ ਸੰਤੁਲਨ, ਕਿਉਂਕਿ ਕੋਈ ਵੀ ਆਪਾਂ ਚੀਜ਼ ਖਾਂਦੇ ਹਾਂ ਉਹ ਸਭ ਤੋਂ ਪਹਿਲਾਂ ਪੇਟ 'ਚ ਜਾਂਦੀ ਹੈ। ਜੇ ਪੇਟ ਰੋਗੀ ਰਹੇਗਾ ਤੇ ਪੇਟ ਹੀ ਸਾਰਾ ਕੇਂਦਰ ਹੈ, ਅੰਦਰ ਇਹ ਗ੍ਰਹਿ ਮੰਤਰਾਲਿਆ, ਤੇ ਪੇਟ 'ਚ ਹੀ ਜਦੋਂ ਗੰਦਗੀ ਚਲੀ ਗਈ ਤੇ ਸਾਰੀ ਜਗ੍ਹਾ ਗੰਦਗੀ ਸਪਲਾਈ ਹੋਣੀ ਹੈ। ਤੇ ਪੇਟ ਜੇ ਸੈੱਟ ਰਹੇਗਾ ਤੇ ਅੰਦਰ ਜਿਹੜੀ ਹੈ ਖੂਨ ਦੀ ਔਰ ਪਾਣੀ ਦੀ ਸਾਰੀ ਰੇਸ਼ੇ ਦੀ ਸਾਰੀ ਸ਼ੁੱਧੀ ਰਹੇਗੀ ਤੇ ਫੋਕ ਟਾਈਮ ਦੇ ਟਾਈਮ ਨਿਕਲਦਾ ਰਹੇਗਾ। ਸੋ ਇਹ ਜਿਹੜਾ ਤੁਸੀਂ ਸਿਮਰਨ ਕਰਦੇ ਹੋ ਨਾ ਕਰਮ ਦੇ ਨਾਲ, ਤੇ ਬੈਠ ਕੇ ਵੀ ਜਿਹੜਾ ਆਪਾਂ ਸਾਸਗਰਾ ਸਿਮਰਨ ਕਰਦੇ ਹਾਂ, ਦੇਖੋ ਮੈਂ ਜੇ ਤਨ ਦਾ ਵੀ ਟੌਪਿਕ ਨਾਲ ਲਿਆ ਕਿਉਂਕਿ ਇਹ ਵੀ ਜ਼ਰੂਰੀ ਹੈ, ਕਿਉਂਕਿ ਕਾਫੀ ਦਿਨਾਂ ਬਾਅਦ ਆਪਾਂ ਇਸ ਚੀਜ਼ ਤੇ ਬੋਲੇ ਹਾਂ ਸਾਇੰਸ ਦੇ ਮੁਤਾਬਕ, ਜਿਵੇਂ ਕਈ ਕਹਿੰਦੇ ਨਾ। ਸੋ ਤੱਤਾਂ ਬਾਰੇ ਅੱਜ ਬੋਲੇ ਹਾਂ, ਸਰੀਰ ਦੇ ਤੱਤਾਂ ਬਾਰੇ। ਸੋ ਇਹ ਜਿਹੜਾ ਨਾਲ ਨਾਲ ਸਿਮਰਨ ਕਰੋਗੇ, ਸਿਮਰਨ ਕਰਨਾ ਤਾਂ ਇੱਕ ਇਹ ਯੋਗੇ ਜਾਗੇ ਐਕਸਰਸਾਈਜ਼ ਅਨਲੋਮ ਵਿਲੋਮ ਪ੍ਰਾਣਾਯਾਮ ਸਭ ਪਿੱਛੇ ਰਹਿ ਜਾਂਦੇ ਆ, ਸਭ ਪਿੱਛੇ। ਐਰੋਬਿਕਸ ਐਕਸਰਸਾਈਜ਼ ਜਿਮ ਜੁਮ ਜੋ ਵੀ ਲਾਉਂਦੇ ਹੋ ਤੁਸੀਂ, ਠੀਕ ਹੈ ਸੈਰ ਸੂਰ ਕਰਨੀ ਚਾਹੀਦੀ ਹੈ, ਪਰ ਇਹ ਸਭ ਤੋਂ ਵੱਡੀ ਸੈਰ ਹੈ। ਜਦੋਂ ਸਿਮਰਨ ਕਰਦੇ ਆ, ਸਿਮਰਨ ਕਰਨ ਦੇ ਨਾਲ ਉਨੀ ਕੁ ਬ੍ਰਹਮ ਅਗਨ ਆਪੇ ਹੀ ਪ੍ਰਗਟ ਹੋ ਜਾਂਦੀ ਹੈ। ਉੱਧਰੋਂ ਧਿਆਨ ਲੱਗ ਜਾਂਦਾ ਸੁਣਨ 'ਚ, ਅਨਹਦ ਨਾਦ ਸੁਣੀ ਜਾਂਦਾ ਹੈ, ਰਸ ਆਈ ਜਾਂਦਾ ਹੈ। ਹੁਣ ਜਦੋਂ ਗਰਮੈਸ਼ ਪ੍ਰਗਟ ਹੋ ਗਈ, ਜਿਹੜੀ ਫਾਲਤੂ ਅੰਦਰ ਹੁਣ ਕੈਂਸਰ ਹੈ, ਅਲਸਰ ਹੈ, ਕਿਵੇਂ ਬਣਦੀ ਹੈ? ਪਹਿਲੋਂ ਅਲਸਰ ਬਣਦੀ ਹੈ, ਅਲਸਰ ਤੋਂ ਕੈਂਸਰ ਬਣਦੀ ਹੈ। ਜਦੋਂ ਹੁਣ ਖੂਨ ਦੇ ਵਿੱਚ ਗੰਦਗੀ ਪੈਦਾ ਹੋ ਗਈ, ਉਹ ਗੰਦਗੀ ਲਗਾਤਾਰ ਇੱਕ
ਜਗ੍ਹਾ ਤੇ ਜਮ੍ਹਾਂ ਹੋਏਗੀ। ਫਿਰ ਉਹ ਜਿਹੜੀ ਹੁਣ ਬ੍ਰਹਮਗੜ ਨਾ ਪ੍ਰਗਟ ਹੋਣ ਕਰਕੇ ਜਿਸ ਜਗ੍ਹਾ ਤੇ ਉਹ ਖੂਨ ਦੇ ਵਿੱਚ ਪਾਣੀ ਦੇ ਵਿੱਚ ਗੰਦਗੀ ਜਮ੍ਹਾਂ ਹੁੰਦੀ ਹੈ ਓਨਾ ਕੁ ਸਰੀਰ ਦਾ ਹਿੱਸਾ ਲਗਾਤਾਰ ਗਲਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਹੁਣ ਥੋੜ੍ਹੀ ਜਿਹੀ ਜਿੰਨੀ ਸੂਈ ਦੀ ਨੋਕ ਹੁੰਦੀ ਹੈ ਚਾਹੇ ਇੰਨੀ ਵੀ ਗੰਦਗੀ ਪੈਣ ਲੱਗ ਜਾਏ, ਜਿਹਨੂੰ ਆਪਾਂ ਕਹਿੰਦੇ ਹਾਂ ਰੇਸ਼ਾ ਪੈਣ ਲੱਗ ਗਿਆ, ਓਨਾ ਕੁ ਹਿੱਸਾ ਗਲਿਆ, ਉਹਨੇ ਨੇ ਅੱਗੇ 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 ਕਰਦੇ ਉਹ ਖੂਨ ਦੀ ਪਾਣੀ ਤੱਤ ਦੇ ਵਿੱਚ ਤੇ ਮਿੱਟੀ ਤੱਤ ਜਦੋਂ ਰਲ ਕੇ ਗੰਦਗੀ ਪੈਦਾ ਕਰਦੇ ਨੇ ਤੇ ਉਹ ਫਿਰ ਬਣਦਾ 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 ਉਨੀ ਕੁ ਜਗ੍ਹਾ ਦੇ ਵਿੱਚ ਗੰਦਗੀ ਪੈਦਾ ਹੁੰਦੀ ਹੁੰਦੀ ਉਹ ਫੋੜਾ ਬਣ ਜਾਂਦਾ। ਉਹ ਪਹਿਲਾਂ ਛੋਟਾ ਜਦੋਂ ਹੁੰਦਾ ਇੱਕ ਕਿੱਲ ਤਰ੍ਹਾਂ, ਜਿਵੇਂ ਆਪਣੇ ਬਾਹਰ ਮੂੰਹ ਤੇ ਕਿੱਲ ਨਿਕਲਦੇ ਨੇ ਉਸ ਤਰੀ ਉਹਨੂੰ ਅਲਸਰ ਕਹਿ ਦਿੱਤਾ। ਉਹ ਜਦੋਂ ਨਾ ਸੰਭਾਲਿਆ ਟਾਈਮ ਤੇ ਉਹ ਵੱਧਦਾ 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 ਉਹ ਵੱਡਾ ਫੋੜਾ ਬਣ ਗਿਆ, ਉਹ ਕੈਂਸਰ ਹੋ ਗਈ। ਹੁਣ ਉਹ ਫੋੜਾ ਕੀ ਹੈ ਕਿ ਪਾਣੀ ਤੱਤ ਜਿਹੜਾ ਪ੍ਰਦੂਸ਼ਿਤ ਪਾਣੀ ਸੀਗਾ, ਜਿਹੜਾ ਜਿਹਨੂੰ ਆਪਾਂ ਜਿਵੇਂ ਬਾਹਰ ਕਿੱਲ ਨਿਕਲਦੇ ਆ ਇਸ ਤਰੀਕੇ ਉਹ ਕਿੱਲ ਨਿਕਲਿਆ ਅੰਤਰਗਤ, ਤੇ ਉਹ ਪ੍ਰਦੂਸ਼ਣ ਵਾਲਾ ਜਿਹੜਾ ਪਾਣੀ ਸੀਗਾ ਉਹਨੇ ਚੰਮ ਨੂੰ ਸਾੜਿਆ, ਖਤਮ ਕੀਤਾ, ਕਿਉਂਕਿ ਉਹਦੇ ਵਿੱਚ ਜ਼ਹਿਰ ਸੀ। ਤੇ ਉਹਨੇ ਕਰਦਾ ਕਰਦਾ ਚੰਮ ਨੂੰ ਸਾੜਦਾ ਸਾੜਦਾ ਅੱਗੇ ਉਹ ਕੈਂਸਰ ਵਾਲਾ ਫੋੜਾ ਬਣ ਗਿਆ। ਤੇ ਜੇ ਆਪਾਂ ਸਿਮਰਨ ਕਰਾਂਗੇ ਤੇ ਉਹ ਓਨੀ ਹੁਣ ਉਹ ਕੀਮੋ ਫਿਰ ਉਸ ਤੋਂ ਬਾਅਦ ਉਹਦੀ ਕਰਦੇ ਨੇ। ਕੀਮੋ ਦਾ ਮਤਲਬ ਕੀ ਹੈ, ਜਿਵੇਂ ਪੁਰਾਣੇ ਟਾਈਮ 'ਚ ਕਹਿੰਦੇ ਸੀ ਡੰਮ ਲਾਉਂਦੇ ਨੇ, ਗਲਾਸ ਲਾਉਂਦੇ ਸੀ, ਵੀ ਜਿੱਥੇ ਕੈਂਸਰ ਦਾ ਫੋੜਾ ਹੁੰਦਾ ਉਹਦੇ ਆਲੇ ਦੁਆਲੇ ਇਹ ਕੀਮੋ ਜਿਹੜੀ ਥੈਰੇਪੀ ਹੈ ਇਹ ਮਸ਼ੀਨਾਂ ਦੇ ਨਾਲ ਗਰਮੈਸ਼ ਕਰ ਕਰਕੇ ਨਾ ਆਸੇ ਪਾਸੇ ਉਹਨੂੰ ਗਰਮੈਸ਼ ਦੇ ਕੇ ਉਹ ਨਾੜਾਂ ਨੂੰ ਸਾੜ ਦਿੰਦੇ ਆ ਉੱਥੋਂ ਤੱਤਾਂ ਨੂੰ, ਵੀ ਜਿੱਥੋਂ ਤੱਕ ਇਹ ਫੋੜਾ ਆ ਗਿਆ ਹੁਣ ਇਹ ਅੱਗੇ ਨਾ ਵਧੇ, ਕੈਂਸਰ ਜਿਹੜੀ ਆ ਉਹ ਅੱਗੇ ਨਾ ਵਧੇ। ਤੇ ਜੇ ਪਹਿਲੋਂ ਹੀ ਆਪਾਂ ਸਿਮਰਨ ਕਰਾਂਗੇ, ਸਿਮਰਨ ਕਰਕੇ ਔਰ ਪ੍ਰੋਪਰ ਜਿਹੜੀ ਸਾਡੇ ਅੰਦਰ ਬ੍ਰਹਮਗਣ ਪੈਦਾ ਹੋਏਗੀ ਤੇ ਉਹ ਫਿਰ ਜਿਹੜਾ ਸਾਡੇ ਅੰਦਰ ਪ੍ਰਦੂਸ਼ਿਤ ਪਾਣੀ ਨਹੀਂ ਪੈਦਾ ਹੋਏਗਾ ਤੇ ਅਲਸਰ ਕੈਂਸਰ ਇਸ ਤਰੀਕੇ ਦਾ ਕੋਈ ਵੀ ਸਿਸਟਮ ਸਾਡੇ ਅੰਦਰ ਪੈਦਾ ਨਹੀਂ ਹੋਏਗਾ। ਸੋ ਕਹਾਣੀ ਹੈ ਵੀ ਤੁਸੀਂ ਜਿਹੜਾ ਜਦੋਂ ਆਪਾਂ ਉਹ ਪੂਰੀ ਬ੍ਰਹਮਗਣ ਪੈਦਾ ਹੁੰਦੀ ਰਹੀ, ਉਹ ਜਿਹੜੀ ਹੈ ਅੰਦਰ ਚਮੜੀ ਨਾ ਗਲੀ ਨਾ ਪ੍ਰਦੂਸ਼ਣ ਵਾਲਾ ਪਾਣੀ, ਉਹ ਪਹਿਲੋਂ ਹੀ ਗਰਮੈਸ਼ ਹੋਣੀ ਰਹਿੰਦੀ ਹੈ ਕਿ ਅੰਦਰ ਕੋਈ ਵੀ ਐਸੀ ਹਰਕਤ ਸਾਡੇ, ਮੈਂ ਪਹਿਲੋਂ ਤੁਹਾਨੂੰ ਕੋਲੇਸਟ੍ਰੋਲ ਦਾ ਦੱਸਤਾ, ਕ੍ਰੈਟਿਨਿਨ ਦਾ ਦੱਸਤਾ, ਅਲਸਰ ਕੈਂਸਰ ਦਾ ਦੱਸਤਾ, ਪੇਟ ਦੀਆਂ ਬਿਮਾਰੀਆਂ ਦਾ ਦੱਸਤਾ, ਇਹ ਚੀਜ਼ਾਂ ਬਿਮਾਰੀਆਂ ਨਾਲ ਨਾਲ ਹਰ ਰਸ ਚੱਲੀ ਜਾਂਦਾ ਹੈ ਨਾਲ ਨਾਲ। ਕਿਉਂਕਿ ਤੇ ਦੂਜੀ ਗੱਲ ਇਹ ਹੈ ਵੀ ਟੈਨਸ਼ਨ ਤਣਾਵ ਨਹੀਂ ਪੈਦਾ ਹੋਏਗਾ, ਦਿਮਾਗੀ ਬਿਮਾਰੀਆਂ ਨਹੀਂ ਹੋਣਗੀਆਂ, ਕਿਉਂਕਿ ਸਿਮਰਨ ਕਰਾਂਗੇ ਮਨ ਸਹਿਜ 'ਚ ਰਹੇਗਾ। ਅੰਮ੍ਰਿਤ ਰਸ ਆ ਕੇ ਵੈਸੇ ਹੀ ਮਨ ਦੇ ਵਿੱਚ ਇੰਨੀ ਪਾਵਰ ਤੇ ਆਨੰਦ ਚੜਿਆ ਰਹਿੰਦਾ, ਟੈਨਸ਼ਨ ਰਹਿੰਦੀ ਨਹੀਂ ਤੇ ਦਿਮਾਗ ਦੀਆਂ ਬਿਮਾਰੀਆਂ ਸੈੱਟ ਰਹਿਣਗੀਆਂ। ਸੋ ਇਹ ਸਾਰੀਆਂ ਹੀ ਬਿਮਾਰੀਆਂ ਦਾ ਇਲਾਜ ਸਿਮਰਨ ਹੈ। ਕਿਵੇਂ ਕਰਦਾ ਹੈ? ਇੱਧਰੋਂ ਤਾਂ ਗਰਮੈਸ਼ ਪੂਰੀ ਰੱਖੇਗਾ, ਉੱਧਰੋਂ ਫਿਰ ਸਾਡੀਆਂ ਸੁਰਾਂ ਦਾ ਬੈਲੈਂਸ ਬਰਾਬਰ ਹੋ ਗਿਆ ਤੇ ਪੌਣ ਬਰਾਬਰ ਆਏਗੀ, ਪਾਣੀ ਅੰਦਰ ਸੈੱਟ ਰਹੇਗਾ, ਪਾਣੀ ਸੈੱਟ ਰਹੇਗਾ ਤੇ ਅੰਦਰ ਗਰਮੈਸ਼ ਸੈੱਟ ਰਹੇਗੀ। ਸੋ ਇਹ ਤਾਂ ਬਹੁਤ ਜਿਹੜੀ ਹੈ ਉਪਯੋਗੀ ਚੀਜ਼ ਆ। ਤੁਸੀਂ ਇਹਨੂੰ ਕਰਨ ਦਾ ਤਰੀਕਾ ਇਹ ਹੈ ਕਿ ਵੀ ਆਪਾਂ ਨੂੰ ਉਹਨਾਂ ਨੇ ਭਾਈ ਸਾਹਿਬ ਹੁਣਾਂ ਨੇ ਵੀ ਵਾਰ-ਵਾਰ ਸਮਝਾ ਦਿੱਤਾ ਹੈ ਕਿ ਜਿਹੜਾ ਤੁਸੀਂ ਸਿਮਰਨ ਕਰਨਾ ਹੈ ਸਹਿਜ ਦੇ ਵਿੱਚ ਕਰਦੇ ਰਹਿਣਾ ਹੈ ਕਿ ਜਿਹੜੀ ਬ੍ਰਹਮਗਣ ਹੈ ਉਹ ਸਹਿਜ ਸੁਭਾਏ ਉਨੀ ਕੁ ਪ੍ਰਗਟ ਰਵੇ ਵੀ ਜਿੰਨੇ ਦੇ ਨਾਲ ਸਾਡਾ ਸਰੀਰ ਸੈੱਟ ਹੋ ਕੇ ਚੱਲਦਾ ਰਹੇ। ਸੋ ਜਦੋਂ ਸਰੀਰ ਸੈੱਟ ਹੋ ਕੇ ਚੱਲਦਾ ਰਹੇਗਾ ਤੇ ਸਹਿਜ ਸੁਭਾਏ ਆ ਵੀ ਅੰਦਰ ਸਰੀਰ ਦੇ ਵਿੱਚ ਕੋਈ ਰੋਗ ਨਹੀਂ ਪੈਦਾ ਹੋਏਗਾ। ਦੂਜਾ, ਜਿਹੜੀ ਆਪਾਂ ਰੋਜ਼ ਦੀ ਰੋਜ਼ ਕਹਾਣੀ ਕਰਦੇ ਹਾਂ ਕਿ ਸਿਮਰਨ ਕਰਨ ਦੇ ਨਾਲ ਫੁਰਨੇ ਨੇ ਜਿਹੜੇ ਉਹ ਬੰਦ ਹੋਣੇ ਨੇ, ਸੁਣਨ ਵਿੱਚ ਮਨ ਦਾ ਧਿਆਨ ਲੱਗੇਗਾ, ਸ਼ਬਦ ਦੇ ਨਾਲ ਜੁੜਿਆ ਰਹੇਗਾ, ਰਸ ਆਉਂਦਾ ਰਹੇਗਾ। ਸੋ ਕਹਾਣੀ ਹੈ ਸਭ ਤੋਂ ਪਹਿਲਾਂ ਮਨ ਸੈੱਟ ਹੋਏਗਾ ਫਿਰ ਤਨ ਵੀ ਸੈੱਟ ਹੋਏਗਾ। ਇਸ ਕਰਕੇ ਬ੍ਰਹਮਗਣ ਜਦੋਂ ਪ੍ਰਗਟ ਕਰਦੇ ਰਹੋਗੇ ਤੁਹਾਡੇ ਉੱਤੇ ਕਾਲ ਦਾ ਜਾਲ ਨਹੀਂ ਪਏਗਾ, ਆਲਸ ਨਹੀਂ ਆਏਗਾ, ਬਿਮਾਰੀਆਂ ਨਹੀਂ ਤੁਹਾਡੇ ਅੰਦਰ ਪੈਦਾ ਹੋਣਗੀਆਂ। ਹੌਲੀ ਹੌਲੀ ਅਰੋਗੀ ਹੋ ਜਾਏਗਾ ਸਰੀਰ, ਅਰੋਗਤਾ ਆਉਂਦੀ ਜਾਏਗੀ, ਰੋਗ ਖਤਮ ਹੋਣਗੇ, ਸਵਸਥਤਾ ਆਉਂਦੀ ਜਾਏਗੀ, ਹੈਲਦੀਨੈਸ ਆਉਂਦੀ ਜਾਏਗੀ। ਔਰ ਜਿਹੜੇ ਫਿਰ ਇਹ ਗੋਡੇ ਹੁਣ ਦਰਦ ਕਰਦੇ ਨੇ, ਇਹ ਗੋਡੇ ਕਿਉਂ ਦਰਦ ਕਰਦੇ ਨੇ? ਜਿਹੜੀ ਇਹ ਗਰੀਸ ਹੈ ਜਿਹੜੀ ਉਹ ਹੁਣ ਅੰਦਰ ਗਰਮੈਸ਼ ਪੂਰੀ ਨਾ ਰਹਿਣ ਕਰਕੇ ਉਹ ਗਰੀਸ ਜਿਹੜੀ ਹੈ ਉਹ ਠੰਡੀ ਹੋ ਕੇ ਤੇ ਉਹ ਖਤਮ ਹੋ ਜਾਂਦੀ ਹੈ। ਹੁਣ ਫਿਰ ਉਹ ਕਹਿੰਦੇ ਨਾ ਵੀ ਐਕਸਰਸਾਈਜ਼ ਕਰੋ ਗੋਡਿਆਂ ਦੀ। ਕਿਉਂ ਕਹਿੰਦੇ ਨੇ? ਵੀ ਜਦੋਂ ਆਪਾਂ ਗੋਡੇ ਨੂੰ ਵਾਰ-ਵਾਰ ਹਿਲਾਵਾਂਗੇ ਉਹਦੇ ਵਿੱਚ ਗਰਮੀ ਬਣੀ ਰਵੇ ਤੇ ਜਿਹੜੀ ਇਹ ਅੰਦਰ ਉਹ ਜਾਮ ਨਾ ਹੋਣ, ਗੋਡੇ ਖੜ ਖੜ ਕੇ ਜਾਮ ਹੋ ਜਾਂਦੇ। ਜਦੋਂ ਸਿਮਰਨ ਕਰਾਂਗੇ ਤੇ ਉਹ ਜਦੋਂ ਅੰਦਰ ਇੱਕੋ ਬ੍ਰਹਮਗਣ ਹੀ ਪ੍ਰਗਟ ਹੋ ਗਈ ਤੇ ਗੋਡਿਆਂ ਵਿੱਚ ਵੀ ਗਰਮੈਸ਼ ਸੈੱਟ ਰਹੇਗੀ। ਠੀਕ ਹੈ ਨਾ? ਸਾਰੀ ਕਹਾਣੀ ਹੁਣ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੁੰਦੀ ਹੈ। ਕਿਉਂ ਹੁੰਦੀ ਹੈ? ਅੱਖਾਂ ਦੀ ਜੋਤੀ ਆ ਕਹਿੰਦੇ ਨਾ ਜੋਤ ਘਟ ਗਈ ਜਾਂਦੀ ਪਿਛਲੀ। ਜੋਤ ਕੀ ਹੈ? ਉਹ ਅਗਨ ਤੱਤ ਹੈ। ਤੇ ਜੇ ਸਿਮਰਨ ਕਰਾਂਗੇ ਅੱਖਾਂ ਦੀ ਰੋਸ਼ਨੀ ਨਹੀਂ ਕਮਜ਼ੋਰ ਹੋਏਗੀ, ਕੰਨਾਂ ਨੂੰ ਸੁਣਨਾ ਨਹੀਂ ਹੋਏਗਾ। ਇਹ ਸਾਰਾ ਕਾਲ ਚਾਲ ਇੱਕ ਖੇਡਦਾ ਵੀ ਬ੍ਰਹਮਗਣ ਨੂੰ ਲੋਹ ਕਰ ਦਿਓ, ਸਹਿਜ ਸੁਭਾਏ ਸਰੀਰ ਦਾ ਵੀ ਨਾਸ ਹੋਊਗਾ ਤੇ ਖੁਰਨੇ ਵੀ ਚੱਲੀ ਜਾਣਗੇ ਤੇ ਮਨ ਫਸਿਆ ਰਹੇਗਾ। ਉਧਰੋਂ ਤਾਂ ਦਰਗਾਹ ਦੇ ਵਿੱਚ ਝੂਠਾ ਹੋਵੇਗਾ ਤੇ ਇੱਧਰੋਂ ਸਰੀਰ ਨੂੰ ਵੀ ਖਤਮ ਕਰ ਦਿੰਦਾ। ਤੇ ਤਾਂ ਹੀ ਕਰਕੇ ਜਿਹੜੇ ਗੁਰਮੁਖ ਨੇ ਉਹ
ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ। ਠੀਕ ਹੈ, ਮਾੜੇ ਮੋਟੇ ਅੱਛਾ ਗੱਲ ਕੀ ਆ ਵੀ ਜਿਹੜਾ ਹੁਣ ਇੱਕ ਗੁਰਮੁਖ ਲੱਗਾ ਹੀ 40-50 ਸਾਲ ਦੀ ਉਮਰ 'ਚ ਹੈ, ਇੱਕਦਮ ਤਾਂ ਹੁਣ ਉਹ ਹੈਲਦੀਨੈਸ ਆਉਂਦੀ ਨਹੀਂ। ਪਰ ਇਹ ਕਹਾਣੀ ਹੈ ਕਿ ਵੀ ਜਿਵੇਂ ਹੁਣ ਆਪਾਂ ਛੋਟੇ ਬੱਚਿਆਂ ਨੂੰ ਜਾਂ ਜਵਾਨ 15-20 ਸਾਲ ਦੀ ਉਮਰ ਤੱਕ ਜਾਂ ਇਸ ਤੋਂ ਪਹਿਲਾਂ ਵਾਲੇ ਜਿਹੜੇ ਬੱਚੇ ਸਿਮਰਨ ਦੇ ਵਿੱਚ ਜੁੜ ਜਾਣ, ਇਹ ਜਿਵੇਂ ਹੌਲੀ ਹੌਲੀ ਕਰਨਗੇ, ਫਿਰ ਇੱਕਦਮ ਨਹੀਂ ਸਰੀਰ ਦਾ ਬੈਲੈਂਸ ਸੈੱਟ ਹੁੰਦਾ, ਲੱਗ ਜਾਂਦਾ ਥੋੜ੍ਹਾ ਜਿਹਾ ਸਮਾਂ, ਅਤੇ ਇਹ ਫਿਰ ਸਾਰੀ ਉਮਰ ਜਿਹੜੀ ਹੈ ਹੈਲਦੀਨੈਸ ਭੋਗ ਸਕਦੇ ਆ। ਜਦੋਂ ਪਿਛਲੇ ਪਾਰ ਆ ਕੇ ਆਪਾਂ ਸ਼ੁਰੂ ਕਰਦੇ ਹਾਂ, ਫਿਰ ਸਰੀਰ ਇੱਕ ਐਸੀ ਚੀਜ਼ ਹੈ ਜਿਹਨੇ ਖਰਾਬੀ ਵੀ ਹੌਲੀ ਹੌਲੀ ਪੈਂਦੀ ਹੈ ਅਤੇ ਠੀਕ ਵੀ ਹੌਲੀ ਹੌਲੀ ਹੁੰਦਾ। ਸੋ ਇਸੇ ਕਰਕੇ ਵੀ ਇਹ, ਪਰ ਜਿੱਥੋਂ ਤੱਕ ਵੀ ਸਾਡਾ ਰੋਗ ਵਿਗੜ ਚੁੱਕਿਆ, ਜੇ ਅੱਜ ਵੀ ਆਪਾਂ ਸਿਮਰਨ ਸ਼ੁਰੂ ਕਰ ਦਈਏ, ਸਰੀਰ 'ਚ ਕੋਈ ਵੀ ਰੋਗ ਆ, ਅਤੇ ਸਹਿਜ ਸੁਭਾਅ ਜਦੋਂ ਤੁਸੀਂ ਸਹਿਜ ਵਿੱਚ ਕਰਨਾ ਸ਼ੁਰੂ, ਜਿਵੇਂ ਜ਼ਿਆਦਾ ਫੁਰਨੇ ਨੇ, ਜ਼ਿਆਦਾ ਮਨ 'ਚ ਟਿਕਾਓ ਨਹੀਂ, ਪਹਿਲਾਂ ਉੱਚੀ ਕਰ ਲਓ, ਫਿਰ ਸਹਿਜ ਵਿੱਚ ਸਿਮਰਨ ਵਾਹਿਗੁਰੂ ਕਰੋ, ਵਾਹਿਗੁਰੂ 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 ਵਾਹਿਗੁਰੂ, ਥੋੜ੍ਹਾ ਜਿਹਾ ਉੱਚੀ, ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਬੈਠ ਕੇ ਤਾਂ ਕਰਨਾ, ਥੋੜ੍ਹਾ ਜਿਹਾ ਪਹਿਲਾਂ ਉੱਚੀ ਕਰ ਲਿਆ, ਫਿਰ ਇਸ ਤਰ੍ਹਾਂ ਸਹਿਜ ਵਿੱਚ ਕਰੀ ਜਾਣਾ। ਔਰ ਜਦੋਂ ਕਰਮ ਕਰਨਾ ਹੈ, ਕੰਮ ਕਰਦਿਆਂ ਕਰਦਿਆਂ ਸਾਡੇ ਸਿਮਰਨ ਅਸੀਂ ਬੋਲ ਬੋਲ ਕੇ ਕਰਨਾ ਹੁੰਦਾ ਹੈ, ਅਤੇ ਇੰਨੀ ਕੁ ਵੀ ਬਸ ਮੁੱਖੋਂ ਕੰਨਾਂ ਨੂੰ ਸੁਣਦਾ ਰਹੇ, ਅਤੇ ਕੰਮ ਵੀ ਕਰੀ ਜਾਓ ਆਪ ਦਾ। ਵਾਹਿਗੁਰੂ ਵਾਹਿਗੁਰੂ, ਬੁੱਲਾਂ ਤੋਂ ਬਸ ਆਵਾਜ਼ ਕੰਨਾਂ ਤੱਕ ਜਾਂਦੀ ਰਹੇ, ਕੰਮ ਕਰੀ ਜਾਓ ਅਤੇ ਨਾਲ ਕਰੀ ਜਾਓ। ਹਾਂ, ਕਿਤੇ ਕਿਸੇ ਨਾਲ ਗੱਲ ਕਰਨੀ ਹੈ ਜਾਂ ਕੋਈ ਸ਼ਾਂਤ ਜਗ੍ਹਾ ਨਹੀਂ, ਇੱਥੇ ਥੋੜ੍ਹਾ ਜਿਹਾ ਬੋਲ ਕੇ ਅਤੇ ਅੰਤਰਗਤ ਕਰੀ ਜਾਓ। ਇਹ ਸਿਮਰਨ ਕਰਨ ਦੇ ਨਾਲ ਹੀ ਬ੍ਰਹਮ ਅਗਨ ਪੈਦਾ ਹੁੰਦੀ ਹੈ, ਜਾਂ ਹੋਰ ਕਈ ਜੁਗਤੀਆਂ ਨੇ, ਫਿਰ ਉਹ ਜੋਗ ਮਤ ਆ ਜਾਂਦਾ ਹੈ। ਸੋ ਜਦੋਂ ਸਿਮਰਨ ਆਪਾਂ ਕਰਦੇ ਹਾਂ, ਇੱਕ ਤਾਂ ਮਾਲਕ ਦੀ ਯਾਦ, ਨਾਲੇ ਕਹਿੰਦੇ ਆ ਘਿਓ ਅਤੇ ਨਾਲੇ ਫਲੀਆਂ, ਠੀਕ ਹੈ ਨਾ ਜੀ। ਇਹ ਤਾਂ ਦਸੇ ਦੀਆਂ ਦਸੇ ਉਂਗਲਾਂ ਘਿਓ ਦੇ ਵਿੱਚ ਜਾਂਦੀਆਂ ਨੇ। ਸਿਮਰਨ ਕਰਨ ਦੇ ਬਹੁਤ ਲਾਹੇ ਨੇ। ਜਦੋਂ ਵਿਧੀ ਨਾਲ ਆਪਾਂ ਉਹਨੂੰ ਦੱਸ ਦਿੱਤੀ ਭਾਈ ਸਾਹਿਬ ਹੁਣਾਂ ਨੇ ਕਿ ਸਵਾਸ ਅੰਦਰ ਜਾਵੇ ਤਾਂ ਆਵਾਜ਼ ਬਾਹਰ ਆਵੇ ਤਾਂ ਗੁਰੂ, ਉਹਦੇ ਵਿੱਚ ਧਿਆਨ ਧਰਨਾ ਹੈ, ਅਤੇ ਮਨ ਵੀ ਸੈੱਟ ਅਤੇ ਤਨ ਵੀ ਸੈੱਟ। ਔਰ ਇੱਕ ਬ੍ਰਹਮ ਅਗਨ ਹੀ ਇੱਕ ਐਸੀ ਚੀਜ਼ ਹੈ, ਬ੍ਰਹਮ ਅਗਨ ਜਿਹੜੀ ਆਪਾਂ ਦੱਸ ਦਈਏ, ਇੱਕ ਦਿਨ ਇੱਕ ਗੁਰਮੁਖਾਂ ਨੇ ਸਵਾਲ ਵੀ ਪਾਇਆ ਸੀ ਕਿ ਨਾਭੀ ਤੋਂ ਹੇਠਾਂ ਮੈਨੂੰ ਇੱਕ ਗਰਮੈਸ਼ ਮਹਿਸੂਸ ਹੁੰਦੀ ਹੈ। ਨਾਭੀ ਤੋਂ ਹੇਠਾਂ ਜਿੱਥੇ ਸਾਡੇ ਮਨ ਅਤੇ ਤਨ ਦਾ ਸੰਯੋਗ ਹੈ, ਇੱਥੇ ਕਿ ਜੀ ਬ੍ਰਹਮ ਅਗਨ ਹੁੰਦੀ ਹੈ। ਕਈ ਵਾਰੀ ਹੁਣ ਕਈ ਗੁਰਮੁਖ ਉੱਚੀ ਅਭਿਆਸ ਕਰਦੇ ਨੇ, ਉਹ ਕਹਿੰਦੇ ਨੇ ਐਂ ਲੱਗਦਾ ਵੀ ਅੱਖਾਂ ਅੱਗੇ ਕੋਈ ਪ੍ਰਕਾਸ਼ ਆ ਗਿਆ, 5-7 ਮਿੰਟ 8 ਮਿੰਟ ਰਿਹਾ, 10 ਮਿੰਟ ਰਿਹਾ ਅਤੇ ਉਹ ਚਲਾ ਗਿਆ। ਉਹ ਬ੍ਰਹਮ ਅਗਨ ਹੀ ਕਈ ਵਾਰੀ ਸਿਮਰਨ ਉੱਚੀ ਕਰੀਏ ਤਾਂ ਇੰਨੀ ਪ੍ਰਗਟ ਹੋ ਜਾਂਦੀ ਹੈ ਕਿ ਅੱਖਾਂ ਅੱਗੇ ਪ੍ਰਕਾਸ਼ ਆ ਜਾਂਦਾ। ਫਿਰ ਜਿਵੇਂ ਜਿਵੇਂ ਧੜਕਣ ਸਲੋ ਹੁੰਦੀ ਹੈ, ਆਪਾਂ ਸਹਿਜ 'ਚ ਜਾਂਦੇ ਹਾਂ, ਇਹਦਾ ਪ੍ਰਕਾਸ਼ ਘੱਟ ਜਾਂਦਾ ਹੈ, ਬ੍ਰਹਮ ਅਗਨ ਹੌਲੀ ਹੁੰਦੀ ਹੈ, ਔਰ ਉਹ ਫਿਰ ਚਲਾ ਜਾਂਦਾ ਪ੍ਰਕਾਸ਼। ਜਿਹੜੀ ਆਪਣੇ ਅੰਦਰ ਗਰਮੈਸ਼ ਆ, ਇਹ ਬ੍ਰਹਮ ਅਗਨ ਦੇ ਸਹਾਰੇ ਆ। ਇਹ ਗਰਮੈਸ਼ ਸਰੀਰ ਨੂੰ ਬਹੁਤ ਜ਼ਰੂਰੀ ਆ, ਲੋੜਵੰਦ ਗਰਮੈਸ਼ ਜਿਹੜੀ ਹੈ, ਤਾਂ ਕਿ ਤੱਤਾਂ ਦਾ ਸੰਤੁਲਨ ਅੰਦਰ ਬਣਿਆ ਰਹੇ ਨਾ। ਇਹ ਜੇ ਘਟ ਜਾਵੇ ਗਰਮੈਸ਼, ਹੁਣ ਜਦੋਂ ਬੰਦਾ ਸਰੀਰ ਛੱਡਦਾ ਹੈ, ਜੀਵ ਜਿਹੜਾ ਸਰੀਰ ਛੱਡਦਾ ਹੈ, ਉਹਦਾ ਕਾਰਨ ਇਹੀ ਬ੍ਰਹਮ ਅਗਨ ਬਣਦੀ ਹੈ ਨਾ। ਜਾਂ ਤਾਂ ਇਹ ਬਿਲਕੁਲ ਹੀ ਘਟ ਜਾਂਦੀ, ਆਪਾਂ ਕਹਿੰਦੇ ਆ ਵੀ ਉਹਦਾ ਤਾਂ ਸਰੀਰ ਹੀ ਠੰਡਾ ਹੋ ਗਿਆ, ਹੈ ਨਾ, ਸਰੀਰ ਠੰਡਾ ਹੋ ਗਿਆ ਜੀ, ਵੀ ਇਹ ਨਹੀਂ ਬਚਿਆ, ਖਤਮ ਹੋ ਗਿਆ। ਜਾਂ ਤਾਂ ਇਹ ਬਿਲਕੁਲ ਘਟ ਜਾਂਦੀ ਹੈ, ਅਤੇ ਜਦੋਂ ਸਰੀਰ ਮਨ ਨੂੰ ਤਨ ਛਡਾਉਣਾ ਹੈ, ਇਸੇ ਨੂੰ ਹੀ, ਅਤੇ ਜਾਂ ਬਹੁਤ ਜ਼ਿਆਦਾ ਵਧਾ ਦਿੰਦੇ ਨੇ। ਆਪਾਂ ਕਹਿੰਦੇ ਹਾਂ ਨਾ ਵੀ ਸੁਣਿਆ ਗੁਰਮੁਖਾਂ ਦਾ ਵੀ ਉਹਦੀ ਨਾੜੀ ਫਟ ਗਈ, ਉਹਦੇ ਅੰਦਰ ਇੰਨਾ ਤਾਪ ਚੜ੍ਹ ਗਿਆ, ਕਿਸੇ ਨੂੰ ਗਰਮੈਸ਼ ਚੜ੍ਹ ਜਾਂਦੀ ਹੈ, ਇਹਦਾ ਬਲੱਡ ਵੱਧ ਜਾਂਦਾ ਹੈ, ਇੱਕਦਮ ਵੱਧ ਕੇ, ਅਤੇ ਤਾਂ ਵੀ ਇਹ ਸਰੀਰ, ਇਹ ਬ੍ਰਹਮ ਅਗਨ ਰਾਹੀਂ ਹੀ ਮਨ ਅਤੇ ਤਨ ਨੂੰ ਛਡਾਉਂਦੇ ਨੇ। ਹਰ ਇੱਕ ਦੀ ਮੌਤ ਦਾ ਕਾਰਨ ਵੀ ਬ੍ਰਹਮ ਅਗਨ ਹੀ ਹੈ, ਹਰ ਇੱਕ ਦੀ। ਜਾਂ ਇਹਨੂੰ ਸਰੀਰ ਗਰਮੈਸ਼ ਨੂੰ ਬਹੁਤ ਵਧਾ ਦੇਣਗੇ, ਜਾਂ ਬਿਲਕੁਲ ਘੱਟ ਕਰ ਦੇਣਗੇ, ਅਤੇ ਜਿਹੜਾ ਮਨ ਹੈ ਉਹ ਤਨ ਛੱਡ ਜਾਂਦਾ। ਸੋ ਇਹਦਾ ਸੰਤੁਲਨ ਬਣਾ ਕੇ ਰੱਖਣਾ ਹੈ। ਸੰਤੁਲਨ ਹੈ ਕਿ ਸਹਿਜ ਸਿਮਰਨ ਕਰਨਾ। ਇੱਕ ਗੁਰਮੰਤਰ ਜਿਵੇਂ ਆਪਾਂ ਕਹਿ ਦਈਏ ਕਿ ਕੁੱਜੇ ਦੇ ਵਿੱਚ ਸਮੁੰਦਰ ਬੰਦ ਕਰਨ ਵਾਲੀ ਗੱਲ ਆ। ਛੋਟਾ ਜਿਹਾ ਕੁੱਜਾ ਹੁੰਦਾ ਹੈ ਮਿੱਟੀ ਦਾ, ਉਹਦੇ ਵਿੱਚ ਸਮੁੰਦਰ ਪਾਉਣਾ ਹੁਣ ਸਾਰੇ ਦਾ ਸਾਰਾ ਸਮੁੰਦਰ। ਅਤੇ ਹੁਣ ਸਿਆਣਿਆਂ ਨੂੰ ਪਤਾ, ਖਾਣ ਦੀ ਇਹ ਕਹਾਵਤਾਂ ਨੇ ਕਿ ਕੁੱਜੇ 'ਚ ਸਮੁੰਦਰ ਕਿਵੇਂ ਪਵੇ। ਉਹ ਇੱਕ ਭਾਵ ਹੁੰਦਾ ਸੀਗਾ ਵੀ ਇੱਕ
मतलब कि सारी गल दा निचोड़ कढ़ देना। वो कुझे 'ਚ समुंदर बंद हो जाता है भी एक छोटी एक ऐसी गल कर देनी भी जिवें हुण वाहिगुरू दे विच कुझा है वाहिगुरू दा, इहदे 'ਚ सारा जिन्ने भी वेद शास्त्र ने ते सारी गुरबाणी का निचोड़ है, कुझे 'ਚ समुंदर बंद आ भी जिवें इहनूं खोलदे जाओगे खोलदे जाओगे खोलदे जाओगे, ਇਹਦੇ ਵਿੱਚ रतन ही रतन ने रतन ही रतन ने। ते खोलना किवें है वाहिगुरू नूं, हुण कुझे नूं खोलना किवें, इहनूं वाहिगुरू वाहिगुरू ते अनहद है। जिवें अपना अंदर शब्द आपां अनहद सुणदे आ भी उहनी सुणी जाओ ते आनंद है, इसे तरीके वाहिगुरू शब्द भी अनहद शब्द है। ये पाउण दा अनहद शब्द है। वो किवें जिन्ना इहनूं जपी जाओगे इहदे विचों आनंद फायदा निधान है। वाहिगुरू शब्द भी निधान है, अंदर नाम भी निधान है, वाहिगुरू शब्द भी निधान है। जिन्ना जपोगे सहज जपोगे, अंतर्गत जपोगे, सास सास जपोगे, सास ग्रास जपोगे, रोम रोम जपोगे, सवासां नाल जपोगे, सुरत द्वारा जपोगे, जिथे स्टेज दे विच बैठ के जपोगे, ਇਹਦੇ अंदरों रतन ही रतन माणक ही माणक निकलने हैं। सब तो सौखा है भी इहनूं बोल बोल के जपना, और ਇਹਦੇ नाल ही मन ते तन जिहड़े आ, मन तन सुखी हुंदे आ ते अंत दे विच गोपाल मिलदा है, मालक मिलदा खुद। सो ये है कि ब्रह्मगण का टॉपिक सी, शरीर का टॉपिक सी, ते हुण आपां चलदे आ मन ते। हुण मन नूं अकाल पुरख दी गुरबाणी दे विच एक पंछी का नाम भी दिता है, ते बिरख कह दिता है इस शरीर नूं। मन नूं पंछी बना दिता है और रुख कह दिता है, बिरख कह दिता है इस शरीर नूं, 10 द्वारां दे शरीर नूं। हुण जिहड़ा पंछी है ये रात नूं तां आपदे घर दे विच चला जांदा है, घोंसले विच जिवें पंछी बैठ जांदा है, ते सवेरे फल नूं चुगण वास्ते, किरत करन वास्ते इस शरीर रूपी बिरख दे उत्ते आ जांदा है। ਜਿਹੜਾ ਤਾਂ ਗੁਰਮੁਖ ਪੰਛੀ ਹੈ ਉਹ ਤਾਂ ਇਸ ਬਿਰਖ ਦੇ ਉੱਤੇ ਆ ਕੇ ਫਲ ਨੂੰ ਚੁਗਦਾ ਹੈ, ਰਸ ਨੂੰ ਚੁਗਦਾ ਹੈ ਔਰ ਆਨੰਦ ਲੈਂਦਾ ਹੈ। ਤੇ ਜਿਹੜਾ ਮਨਮੁਖ ਪੰਛੀ ਹੈ ਉਹਨੂੰ ਇਸ ਬਿਰਖ ਦੇ ਫਲ ਦੀ ਪਹਿਚਾਣ ਨਹੀਂ ਹੈਗੀ। ਉਹਨੇ ਇਸ ਬਿਰਖ ਦੇ ਉੱਤੇ ਬੈਠ ਕੇ ਕਾਉਂ 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 ਕਰੀ ਜਾਣੀ, ਜਿਵੇਂ ਕਾਂ ਕਰਦਾ ਨਾ। ਇਹ ਫਲ ਚੁਗਣ ਨਹੀਂ ਆਉਂਦਾ ਕੋਈ ਵੀ। ਹੁਣ ਕਾਂ ਜਦੋਂ ਕਿਸੇ ਵੀ ਬਿਰਖ ਤੇ ਬੈਠੇਗਾ, ਚਾਹੇ ਅੰਬ ਤੇ ਬੈਠੇ ਚਾਹੇ ਕਿਤੇ ਬੈਠੇ, ਇਹ ਫਲ ਨਹੀਂ ਚੁਗਣ ਆਉਂਦਾ। ਇਹ ਕਾਉਂ 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 ਕਰੀ ਜਾਂਦਾ ਹੈ, ਬਿੱਠਾਂ ਕਰੀ ਜਾਂਦਾ ਹੈ, ਗੰਦਗੀ ਪਾਈ ਜਾਂਦਾ ਹੈ, ਤੇ ਇਹ ਫਿਰ ਥੱਲੇ ਜਿਹੜਾ ਇਹਨੂੰ ਖੜਕਾ ਕਰਕੇ ਜਾਂ ਫਿਰ ਕੋਈ ਰੋੜੀ ਮਾਰ ਕੇ ਇਹਨੂੰ ਉੱਤੋਂ ਉਡਾਉਂਦੇ ਨੇ ਵੀ ਭੱਜ ਆ, ਇਹ ਕਿੱਥੇ ਬੈਠਾ ਭਾਈ। ਤੇ ਉਹੀ ਜਿਹੜਾ ਹੁਣ ਇੱਕ ਤੋਤਾ ਹੈ, ਤੋਤਾ ਨਾਮਕ ਜਿਹੜਾ ਪੰਛੀ ਹੈ ਉਹ ਆਊਗਾ, ਜਿਵੇਂ ਉਹ ਅੰਬ ਦੇ ਫਲ ਦੇ ਉੱਤੇ ਬੈਠ ਗਿਆ ਰੁੱਖ ਤੇ ਆ ਕੇ, ਉਹਨੇ ਅੰਬ ਦਾ ਰਸ ਚੂਸਣਾ ਹੈ। ਤੇ ਉਹ ਜਦੋਂ ਰਸ ਚੂਸਦਾ ਹੈ ਉਹ ਅੰਬ ਦੇ ਵਿੱਚ ਜਿਹੜੀ ਆ ਆਪਦੀ ਚੁੰਝ ਮਾਰਦਾ, ਚੁੰਝ ਮਾਰਨ ਤੇ ਆਪ ਵੀ ਰਸ ਚੂਪਦਾ ਹੈ, ਤੇ ਅੰਬ ਦੇ ਵਿੱਚ ਚੁੰਝ ਵੱਜਣ ਤੇ ਉਹਦਾ ਰਸ ਜਿਹੜਾ ਥੱਲੇ ਟਪਕਣ ਲੱਗ ਜਾਂਦਾ, ਤੇ ਥੱਲੇ ਕੀੜੀਆਂ ਜਿਹੜੀਆਂ ਨੇ ਉਹ ਵੀ ਲਾਹਾ ਲੈਂਦੀਆਂ ਨੇ ਉਹਦਾ, ਉਹ ਵੀ ਇਕੱਠੀਆਂ ਹੋ ਕੇ ਥੱਲੇ ਕੀੜੇ ਕੀੜੀਆਂ ਵੀ ਉਹਦਾ ਰਸ ਚੂਸਦੇ ਆ, ਕਿਉਂਕਿ ਉੱਤੇ ਉਹ ਬੈਠਾ ਠੁੰਗ ਮਾਰੀ ਜਾਂਦਾ। ਉਹ ਆਪ ਵੀ ਆਨੰਦ ਲੈਂਦਾ ਫਲ ਦਾ, ਤੇ ਥੱਲੇ ਦੂਜਿਆਂ ਨੂੰ ਵੀ ਆਨੰਦ ਦਿੰਦਾ, ਕੀੜੇ ਕੀੜੀਆਂ ਵੀ ਚੂਸਦੇ ਆ। ਪਰ ਜਿਹੜਾ ਕਾਂ ਹੈ ਨਾ ਤਾਂ ਉਹ ਆਪ ਉਹਨੇ ਖਾਣਾ ਨਾ ਕਿਸੇ ਨੂੰ ਖਾਣ ਦੇਣਾ, ਰੋਲਾ ਹੋਰ ਪਾਉਂਦਾ ਹੈ, ਤੇ ਇਸ ਕਰਕੇ ਉਹਨੂੰ ਥੱਲੋਂ ਰੋੜੇ ਵੱਟੇ ਪੈਂਦੇ ਨੇ, ਉਹਨੂੰ ਮਾਰ ਕੇ ਭਜਾ ਦਿੰਦੇ ਨੇ ਵੀ ਭਜਾ ਬਈ ਇਹ ਕਿੱਥੇ ਬੈਠਾ, ਕਿਤੇ ਉੱਤੇ ਗੰਦ ਸੱਟੇਗਾ ਆਪਣਾ। ਸੋ ਇਸੇ ਤਰੀਕੇ ਮਹਾਰਾਜ ਕਹਿੰਦੇ ਪਏ ਨੇ, ਪੰਖੀ ਬਿਰਖ ਸੁਹਾਵੜਾ ਸੱਚ ਚੁਗੇ ਗੁਰ ਪਾਏ, ਹਰ ਰਸ ਪੀਵੈ ਸਹਿਜ ਰਹੈ ਉੱਡੇ ਨਾ ਆਵੈ ਜਾਏ। ਉਹ ਇਸ ਸਰੀਰ ਦੇ ਉੱਤੇ ਲਗਾਤਾਰ ਵਾਸ ਕਰਦੇ ਨੇ। ਇਹ ਪੰਖੀ ਜਿਹੜਾ ਕਹਿ ਦਿੱਤਾ ਮਨ, ਬਿਰਖ ਸੁਹਾਵੜਾ ਕਹਿ ਦਿੱਤਾ, 10ਵਾਂ ਘਰ ਸਾਡੇ ਸਰੀਰ ਦੇ ਵਿੱਚ ਜਿਹੜਾ ਬਿਰਛ ਹੈ, 10ਵਾਂ ਘਰ ਥਿਰ ਘਰ ਸਾਡਾ ਬਿਰਛ ਹੈ, ਉਸ ਬਿਰਛ ਤੇ ਬੈਠ ਕੇ ਕਹਿੰਦੇ ਸੱਚ ਚੁਗੇ, ਉੱਥੋਂ ਸੱਚ ਚੁਗਦੇ ਨੇ ਜਿਹੜੇ ਗੁਰਮੁਖ ਨੇ। ਗੁਰਮੁਖ ਰੂਪੀ ਪੰਛੀ ਨੇ ਕਿਵੇਂ ਸੱਚ ਚੁਗਦੇ ਨੇ? ਉਹ ਆਪਦੀ ਚੁੰਝ ਦੇ ਵਿੱਚੋਂ ਲਗਾਤਾਰ ਵਾਹਿਗੁਰੂ 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 ਮੁਖੋਂ ਲਗਾਤਾਰ ਇਸ ਤਰੀਕੇ ਉਹ ਸਿਮਰਨ ਕਰਦੇ ਨੇ, ਔਰ ਦ੍ਰਿਸ਼ਟੀ ਦੇ ਨਾਲ ਉਹ ਸੱਚ ਦੀ ਸੇਵਾ ਕਰਦੇ ਨੇ। ਧਿਆਨ ਉਹਨਾਂ ਦਾ ਸੱਚ 'ਚ ਹੁੰਦਾ ਹੈ, ਮੁੱਖ ਦੇ ਵਿੱਚ ਉਹਨਾਂ ਦੇ ਗੁਰਮੰਤਰ ਹੁੰਦਾ ਹੈ, ਤੇ ਸੁਰਤੀ ਉਹਨਾਂ ਦੀ ਲਗਾਤਾਰ ਸ਼ਬਦ ਦੀ ਸੇਵਾ ਕਰ ਰਹੀ ਹੁੰਦੀ ਹੈ। ਉਹ ਇਸੇ ਤਰੀਕੇ ਸਰੀਰ ਦੇ ਵਿੱਚ ਆ ਕੇ 10ਵੇਂ ਘਰ ਦੇ ਵਿੱਚ ਬੈਠ ਕੇ, ਥਿਰ ਘਰ ਦੇ ਵਿੱਚ ਬੈਠ ਕੇ, ਸਹਿਜ ਦੇ ਵਿੱਚ ਰਹਿ ਕੇ ਹਰ ਰਸ ਦਾ ਫਲ ਚੁਗਦੇ ਨੇ।
ਜਦੋਂ ਸਾਡੇ ਅੰਦਰ ਮਹਾਰਾਜ ਨੇ ਇਹ ਵੀ ਸਮਝਾ ਦਿੱਤਾ ਕਿ ਤੁਸੀਂ ਹਰ ਰਸ ਪੀਓਗੇ, ਤੁਹਾਡਾ ਮਨ ਸਹਿਜ ਵਿੱਚ ਰਹੇਗਾ, ਵਿਚਾਰਾਂ ਵਿੱਚ ਉੱਡੇਗਾ ਨਹੀਂ, ਪਾਉਣ ਦੇ ਵਿੱਚ ਵਿਚਾਰਾਂ ਦੇ ਵਿੱਚ ਨਹੀਂ ਜਾਏਗਾ। ਸਿਰਫ ਓਨਾ ਕੁ ਹੀ ਪਾਉਣ ਦੇ ਨਾਲ ਗੁਰਮੁਖ ਸੰਪਰਕ ਰੱਖਦੇ ਨੇ ਕਿ ਜਿੰਨਾ ਕੁ ਕਰਮ ਚੱਲਦਾ ਰਵੇ, ਬਾਕੀ ਉਹ ਧਿਆਨ ਸਾਰਾ ਸੱਚ ਦੇ ਵਿੱਚ ਲਾਈ ਰੱਖਦੇ ਆ, ਸ਼ਬਦ 'ਚ ਲਾਈ ਰੱਖਦੇ ਆ। ਤਾਂ ਕਹਿੰਦੇ ਪੰਖੀ ਬਿਰਖ ਸੁਹਾਵੜਾ ਸੱਚ ਚੁਗੈ ਗੁਰ ਪਾਏ, ਗੁਰੂ ਦੇ ਪਾਏ, ਗੁਰੂ ਦੇ ਪਿਆਰ ਦੇ ਵਿੱਚ ਰਹਿ ਕੇ ਸੱਚ 'ਚੋਂ ਦ੍ਰਿਸ਼ਟੀ ਰੱਖਦੇ ਨੇ ਤੇ ਕਰਮ ਦੇ ਨਾਲ ਸੰਬੰਧ ਜਿੰਨੀ ਕੁ ਲੋੜ ਹੈ। ਹਰ ਰਸ ਪੀਵੇ ਸਹਿਜ ਰਹੇ, ਉੱਡੇ ਨਾ ਆਵੈ ਜਾਏ। ਨਾ ਉਹ ਇਸ ਬਿਰਖ ਤੋਂ, ਸੁੰਨ ਦੇ ਬਿਰਖ ਤੋਂ, ਸੱਚ ਦੇ ਬਿਰਖ ਤੋਂ ਉੱਡਦੇ ਆ ਤੇ ਨਾ ਹੀ ਉਹ ਜਨਮ ਮਰਨ ਦੇ ਵਿੱਚ ਆਉਂਦੇ ਆ। ਨਿਜ ਘਰ ਵਾਸਾ ਪਾਇਆ, ਹਰ ਹਰ ਨਾਮ ਸਮਾਏ, ਕਿਉਂਕਿ ਉਹਨਾਂ ਨੇ ਨਿਜ ਘਰ ਦੇ ਵਿੱਚ ਵਾਸਾ ਪਾ ਲਿਆ। ਉਹ ਇਸ ਸਰੀਰ ਰੂਪੀ ਬਿਰਖ ਦੇ ਉੱਪਰ ਆ ਕੇ ਵੀ ਜਾਲ ਦੇ ਵਿੱਚ ਨਹੀਂ ਫਸਦੇ, ਕਿਉਂਕਿ ਕਹਿੰਦੇ ਮਨ ਰੇ ਗੁਰ ਕੀ ਕਾਰ ਕਮਾਏ, ਤੂੰ ਗੁਰੂ ਦੀ ਕਾਰ ਕਮਾ। ਗੁਰ ਕੇ ਭਾਣੇ ਜੇ ਚੱਲੇ ਤਾਂ ਅਨ ਦਿਨ ਰਾਚੈ ਹਰ ਨਾਏ। ਗੁਰਮਤ ਲੈ ਕੇ ਗੁਰਮੁਖਾਂ ਪਾਸੋਂ, ਗੁਰਬਾਣੀ ਪਾਸੋਂ ਜੇ ਚੱਲੇਗਾ ਤੇ ਲਗਾਤਾਰ ਜਿਹੜਾ ਤੇਰਾ ਵਾਸ ਆ ਉਹ ਨਾਮ ਤੇ ਰਹੇਗਾ ਤੇ ਉਹਦੇ ਵਿੱਚ ਰਚ ਜਾਏਗਾ। ਪਰ ਜਿਹੜੇ ਦੂਜੇ ਪੰਖੀ ਨੇ, ਮਨਮੁਖ ਪੰਖੀ ਨੇ, ਕਹਿੰਦੇ ਪੰਖੀ ਬਿਰਖ ਸੁਹਾਵੜੇ ਉੱਡੈ ਚੌ ਦਿਸ ਜਾਏ। ਹੁਣ ਉਹ ਵੀ ਇਸ ਸਰੀਰ ਰੂਪੀ ਪੰਖੀ ਚਾਹੁੰਦੇ ਆ, ਜਿਹੜੀ ਆਪਾਂ 3-4 ਦਿਨ ਪਹਿਲੋਂ ਗੱਲ ਕੀਤੀ ਸੀ ਕਿ ਗੁਰਮੁਖ ਵੀ ਇਸ ਸਰੀਰ ਵਿੱਚ ਪ੍ਰਵੇਸ਼ ਕਰਦੇ ਨੇ ਤੇ ਮਨਮੁਖ ਵੀ ਇਸ ਸਰੀਰ 'ਚ ਪ੍ਰਵੇਸ਼ ਕਰਦੇ ਨੇ, ਪਰ ਉਹਨਾਂ ਨੂੰ ਭੇਤ ਨਾ ਹੋਣ ਕਰਕੇ ਵੀ ਇਸ ਸਰੀਰ ਰੂਪੀ ਬਿਰਛ ਦੇ ਕਿੱਥੇ ਕੁ ਜੀ ਆਸਣ ਲਾਉਣਾ ਹੈ, ਕਿੱਥੇ ਕੁ ਉਹਨਾਂ ਦਾ ਘਰ ਹੈ, ਘੋਸਲਾ ਆ, ਉਹ ਇਹਦਾ ਆਸਣ ਆਪਦਾ ਆਉਂਦਿਆਂ ਹੀ ਸ਼ਬਦ ਵਿੱਚ, ਸੁੰਨ ਵਿੱਚ ਨਾ ਲਾ ਕੇ, ਸੱਚ ਵਿੱਚ ਨਾ ਲਗਾ ਕੇ ਉਹ ਗੰਦਗੀ ਦੇ ਵਿੱਚ, ਬਿਸਟਾ ਦੇ ਵਿੱਚ ਆਸਣ ਲਾ ਲੈਂਦੇ ਨੇ, 9 ਦੁਆਰਿਆਂ 'ਚ ਆਸਣ ਲਾ ਲੈਂਦੇ ਨੇ। ਤੇ 9 ਦੁਆਰਿਆਂ ਦੇ ਵਿੱਚ ਅਗਨ ਹੈ, ਗੰਦਗੀ ਹੈ, ਤੇ ਉਹ ਫਿਰ ਲਗਾਤਾਰ ਉਹਨਾਂ ਦਾ ਮਨ ਫੁਰਨੇ ਲਈ ਜਾਂਦਾ ਹੈ 4 ਦਿਸ਼ਾਵਾਂ, 10 ਦਿਸ਼ਾਵਾਂ ਦੇ ਵਿੱਚ ਲਗਾਤਾਰ। ਹੁਣ ਉਹ ਕਿਵੇਂ ਕਰਦੇ, ਹੁਣ ਆਪਾਂ ਦੇਖਦੇ ਹਾਂ ਨਾ ਕਈ ਵਾਰੀ, ਹੁਣ ਮਨਮੁਖ ਬੈਠਾ ਸੋਚੀ ਜਾਂਦਾ, ਸੋਚਦਾ ਸੋਚਦਾ ਸਰੀਰ ਤਾਂ ਉਹਦਾ ਸਟਿਲ ਹੋ ਗਿਆ, ਸਰੀਰ ਉਹਦਾ ਸਟਿਲ ਹੈ, ਪਰ ਉਹ ਨੇਤਰਾਂ ਦੇ ਵਿੱਚੋਂ ਦੀ ਉਹਦੀ ਸੁਰਤੀ ਨਿਕਲ ਕੇ ਸਾਹਮਣੇ ਇਸ ਭਵਜਲ ਦੇ ਵਿੱਚ ਡਿੱਗ ਗਈ ਹੈ। ਸੋਚਦਾ ਸੋਚਦਾ ਵੀ ਮੈਂ ਪੈਸੇ ਇਸ ਤਰ੍ਹਾਂ ਆ, ਇੰਨੀ ਗੁਣਨਾ, ਇੰਨੇ ਕਮਾਉਣੇ ਆ, ਉਹ ਮੇਰੀ ਘਰ ਵਾਲੀ ਹੈ, ਮੇਰਾ ਬੱਚਾ ਹੈ, ਉੱਥੇ ਕਿਵੇਂ ਜਾਊਂਗਾ, ਕਿੰਨੀ ਦੂਰ ਚਲਾ ਜਾਂਦਾ, 4 ਦਿਸ਼ਾਵਾਂ, 10 ਦਿਸ਼ਾਵਾਂ ਦੇ ਵਿੱਚ ਚਲਾ ਜਾਂਦਾ। ਸੋ ਉਹ ਕਹਿੰਦੇ ਪੰਖੀ ਬਿਰਖ ਸੁਹਾਵੜੇ ਉੱਡੇ ਚੌ ਦਿਸ ਜਾਏ। ਆਉਂਦੇ ਉਹ ਵੀ ਇਸੇ ਸੋਹਣੇ ਵਿਰਛਦੇ ਆ, ਪਰ ਉਹ 10 ਦਿਸ਼ਾਵਾਂ, 4 ਦਿਸ਼ਾਵਾਂ ਦੇ ਵਿੱਚ ਘੁੰਮਣ ਲੱਗ ਜਾਂਦੇ ਆ। ਤੇ ਫਿਰ ਉਹਨਾਂ ਦਾ ਹਾਲ ਕੀ ਹੈ, ਕਿਉਂਕਿ ਉਹ ਸਹਿਜ ਵਿੱਚ ਉਹਨਾਂ ਨੇ ਆਉਂਦਿਆਂ ਸੁੰਨ ਵਿੱਚ ਤਾਂ ਆਸਣ ਨਹੀਂ ਲਾਇਆ, ਇਸ ਸਰੀਰ ਵਿੱਚ ਜਿਵੇਂ ਪ੍ਰਵੇਸ਼ ਹੋਏ, ਸੁੰਨ ਵਿੱਚ ਪ੍ਰਵੇਸ਼ ਹੋ ਕੇ ਸ਼ਬਦ ਦੇ ਰਾਹੀਂ ਪ੍ਰਵੇਸ਼ ਹੋਣਾ ਸੀਗਾ, ਤੇ ਸਹਿਜ ਸੁਭਾਏ ਸੁੰਨ ਵਿੱਚ ਆਸਣ ਲੱਗਦਾ, ਮਨ ਸਹਿਜ 'ਚ ਰਹਿੰਦਾ। ਜਿੰਨੀ ਕੁ ਕਰਮ ਦੇ ਵਾਸਤੇ ਸੁਰਤ ਦੀ ਲੋੜ ਸੀ, ਪਾਉਣ ਦੇ ਵਿੱਚ ਸੰਪਰਕ ਕਰਨ ਦੀ ਲੋੜ ਸੀ, ਓਨਾ ਕੀ ਰਹਿੰਦਾ ਹੈ, ਬਾਕੀ ਧਿਆਨ ਸਹਿਜ ਸੁਭਾਏ ਸਭ 'ਚ ਲੱਗਾ ਰਹਿੰਦਾ। ਤੇ ਫਿਰ ਕਹਿੰਦੇ ਜੇਤਾ ਉੱਡੈ ਦੁੱਖ ਘਣੇ ਨਿਤ ਦਾਜੈ ਤੇ ਬਿਲ ਲਾਏ। ਜਿੰਨਾ ਫਿਰ ਉਹ ਉੱਡਦੇ ਨੇ, ਕਿਉਂਕਿ ਸੱਚ ਦੀ ਸੇਵਾ ਨਹੀਂ ਕਰਦੇ, ਲਗਾਤਾਰ ਫੁਰਨਿਆਂ 'ਚ ਉੱਡੀ ਜਾਂਦੇ ਨੇ, ਓਨਾ ਹੀ ਦੁੱਖ ਲੱਗੀ ਜਾਂਦਾ, ਮਾਇਆ ਸਾੜੀ ਜਾਂਦੀ ਹੈ, ਫਿਰ ਚੀਕਾ ਮਾਰਦਾ ਮਨ। ਕਿਉਂਕਿ ਕਹਿੰਦੇ ਬਿਨ ਗੁਰ ਮਹਿਲ ਨਾ ਜਾ ਪਈ, ਨਾ ਅੰਮ੍ਰਿਤ ਫਲ ਪਾਏ। ਤੁਸੀਂ ਸ਼ਬਦ ਗੁਰੂ ਦੇ ਨਾਲ ਸੁਰਤੀ ਨਹੀਂ ਜੋੜੀ, ਸੱਚੀ ਗੁਰਮਤ ਵਾਲੀ ਸੰਗਤ ਵਿੱਚ ਨਹੀਂ ਗਏ, ਤੇ ਇਸੇ ਕਰਕੇ ਨਾ ਤੁਹਾਡੇ ਕੋਲ ਹਰ ਰਸ ਦਾ ਫਲ ਹੈ, ਨਾ ਤੁਹਾਡੇ ਕੋਲ ਮਹਿਲ ਹੈ, ਤੁਸੀਂ ਤਾਂ ਫਿੱਕੇ ਹੋ। ਮੁੱਖ ਦੇ ਵਿੱਚ ਅੰਮ੍ਰਿਤ ਰਸ ਹੀ ਨਹੀਂ ਆਇਆ ਤੁਹਾਡੇ, ਫਿੱਕੇ ਹੋ ਤੁਸੀਂ ਤਾਂ। ਨਾ ਤੁਸੀਂ ਸੱਚ ਦੀ ਆਵਾਜ਼ ਸੁਣੀ, ਨਾਦ ਸ਼ਬਦ ਅਨਹਦ ਦੀ ਕਹਾਣੀ ਹੈ, ਨਾ ਉਹਦੇ ਦਰਸ਼ਨ ਕੀਤੇ, ਤੇ ਫਿੱਕਾ ਹੋ ਗਿਆ ਮਨ। ਤੇ ਐਸੇ ਫਿੱਕੇ ਮਨ ਨੂੰ ਉਹਨੇ ਚੀਕਾਂ ਹੀ ਮਾਰਨੀਆਂ ਨੇ, ਫੁਰਨੇ ਹੀ ਚੱਲਣੇ ਨੇ। ਤਾਂ ਹੀ ਮਹਾਰਾਜ ਕਹਿੰਦੇ ਪਏ ਨੇ ਗੁਰਮੁਖ ਬ੍ਰਹਮ ਹਰਿਆਵਲਾ ਸਾਚੇ ਸਹਿਜ ਸੁਭਾਏ। ਗੁਰਮੁਖ ਨੇ ਬ੍ਰਹਮ ਨੂੰ ਪ੍ਰਗਟ ਕਰ ਲਿਆ, ਤੇ ਸਭ ਤੋਂ ਹਰੀ ਜਿਹੜਾ ਆਪਾਂ ਕਹਿੰਦੇ ਨਾ ਹਰਿਆ ਭਰਿਆ ਬਾਗ ਹੈ ਭਾਈ, ਉੱਥੇ ਜਾਣਾ ਚਾਹੀਦਾ, ਹਰੀਆਂ ਭਰੀਆਂ ਚੀਜ਼ਾਂ ਕੋਲ ਬੈਠੋ। ਤੇ ਕਹਿੰਦੇ ਸੱਚ ਤੋਂ ਬਿਨਾਂ ਤਾਂ ਹਰਿਆਵਲਾ ਕੋਈ ਹੈ ਹੀ ਨਹੀਂ। ਕਹਿੰਦੇ ਗੁਰਮੁਖ ਬ੍ਰਹਮ ਹਰਿਆਵਲਾ ਸਾਚੇ ਸਹਿਜ ਸੁਭਾਏ। ਉਹਨਾਂ ਨੇ ਬ੍ਰਹਮ ਦੇ ਵਿੱਚ ਆਸਣ ਲਾ ਕੇ ਹਰੇ ਹੋ ਗਏ ਨੇ। ਸਾਖਾਂ 3 ਨਵਾਰੀਆਂ ਏਕ ਸ਼ਬਦ ਲਿਵ ਲਾਏ। ਕਹਿੰਦੇ ਇਹ ਜਿਹੜਾ ਰੁੱਖ ਹੈ, ਇਹਦੀਆਂ 3 ਸ਼ਾਖਾ ਨੇ, 3 ਟਾਹਣੀਆਂ ਨੇ। 3 ਟਾਹਣੀਆਂ ਕਿਹੜੀਆਂ ਨੇ? ਰਜੋਗੁਣ, ਤਮੋਗੁਣ ਤੇ ਸਤੋਗੁਣ। ਉਹ ਤਿੰਨੋਂ ਟਾਹਣੀਆਂ ਦੇ ਉੱਤੇ ਨਾ ਬੈਠ ਕੇ ਏਕ ਸ਼ਬਦ ਲਿਵ ਲਾਏ, ਲਗਾਤਾਰ ਇੱਕ ਕਹਿੰਦੇ ਤਣੇ ਦੇ ਨਾਲ, ਜੜ ਦੇ ਨਾਲ ਸੰਪਰਕ ਰੱਖਦੇ ਨੇ। ਜਿਵੇਂ ਹੁਣ ਇੱਕ ਆਪਣੀ ਮੱਕੜੀ ਦਾ ਆਪਾਂ ਨੂੰ ਮਿਸਾਲ ਦੇ ਦਿੱਤੀ ਹੈ
कि मकड़ी ने जदों भी धरती ते आउणा हुंदा है, सब तो पहलां ਉਹ ਆਪਦੇ ਮੁੱਖ ਦੇ ਵਿੱਚੋਂ ਲਾਰ ਕੱਢ ਕੇ रुख ਦੇ ਕਿਸੇ ਵੀ ਟਾਹਣੀ ਦੇ ਨਾਲ ਉਹ ਥੁੱਕ ਲਾ ਦਿੰਦੀ ਆ, ਤੇ ਫਿਰ ਉਹਦੀ ਲਾਰ ਦੇ ਵਿੱਚ ਸ਼ਕਤੀ ਹੁੰਦੀ ਹੈ ਕਿ ਉਹ ਸਟ੍ਰੈਚੇਬਲ ਹੁੰਦੀ ਹੈ। ਉਹ ਫਿਰ ਪਹਿਲੋਂ ਆਪਦੀ ਮੁੱਖੋਂ ਲਾਰ ਕੱਢ ਕੇ ਉਹ ਟਾਹਣੀ ਦੇ ਨਾਲ ਚਪੇਂਦੀ ਹੈ, ਫਿਰ ਉਹ ਲਾਰ ਨੂੰ ਫੜ ਕੇ ਤੇ ਉਹ ਮੱਕੜੀ ਜਿਹੜੀ ਆ ਥੱਲੇ ਧਰਤੀ ਤੇ ਆਉਂਦੀ ਹੈ ਤੇ ਆਪਦਾ ਕੰਮ ਕਰਕੇ ਤੇ ਦੁਬਾਰਾ ਉਹ ਆਪਦੇ ਮੁੱਖੋਂ ਨੂੰ ਲਾਰ ਨੂੰ ਦੁਬਾਰਾ ਪੁੱਠਾ ਖਿੱਚਦੀ ਹੈ ਤੇ ਉੱਪਰ ਚੜ੍ਹ ਜਾਂਦੀ ਹੈ। ਇਸੇ ਤਰੀਕੇ ਹੀ ਗੁਰਮੁਖ ਜਿਹੜੇ ਆ ਉਹ ਸ਼ਬਦ ਰੂਪੀ ਲਾਰ ਦੇ ਨਾਲ ਉਹ ਆਉਂਦੇ ਨੇ, ਉਹ ਸ਼ਬਦ ਦੇ ਵਿੱਚ ਸੰਬੰਧ ਰੱਖਦੇ ਨੇ। ਇਹ ਤਿੰਨੇ ਸ਼ਾਖਾ ਨੇ, ਰਜੋਗੁਣ, ਤਮੋਗੁਣ, ਸਤੋਗੁਣ। ਇੱਥੇ ਜਿੰਨਾ ਕੁ ਕੰਮ ਹੈ ਕੀਤਾ ਤੇ ਵਾਪਸ ਆਪਦੇ ਘਰ ਚਲੇ ਜਾਂਦੇ ਨੇ। ਇਸੇ ਕਰਕੇ ਕਹਿੰਦੇ ਨੇ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇ ਖਵਾਏ। ਇਹ ਅੰਮ੍ਰਿਤ ਦਾ ਫਲ ਇੱਕੋ ਹੀ ਹੈ, ਉਹ ਰਸ ਉਹ ਮਾਲਕ ਨੇ ਦੇਣਾ। ਹੁਣ ਜਿਹੜੇ ਮਨਮੁਖ ਨੇ ਉਹ ਕਿਵੇਂ ਦੇ ਰੁੱਖ ਨੇ? ਹੁਣ ਗੁਰਮੁਖ ਦਾ ਤਾਂ ਰੁੱਖ ਬਹੁਤ ਹਰਾ ਹੈ, ਉਹਦੇ ਰੁੱਖ ਤੇ ਤਾਂ ਹਰ ਰਸ ਦੇ ਫਲ ਲੱਗਦੇ ਨੇ। ਜਿਵੇਂ ਹੁਣ ਸੇਬ ਆ, ਇਹ ਕਿੰਨਾ ਇਹਦਾ ਉੱਤਮ ਮੰਨਿਆ ਜਾਂਦਾ। ਅੰਬ ਆ, ਬਦਾਮ ਆ, ਕਾਜੂ, ਇਹਨਾਂ ਰੁੱਖ ਉੱਤਮ ਮੰਨੇ ਜਾਂਦੇ ਨੇ। ਤੇ ਆਪਾਂ ਕਹਿੰਦੇ ਆ ਵੀ ਸੇਬ ਦਾ ਤਾਂ ਰੁੱਖ ਆਮ ਹੁੰਦਾ ਵੀ ਨਹੀਂਗਾ, ਠੰਡੀ ਜਗ੍ਹਾ ਪਹਾੜਾਂ ਦੇ ਵਿੱਚ ਹੁੰਦਾ ਹੈ ਤੇ ਕਿੰਨਾ ਮਹਿੰਗਾ ਹੁੰਦਾ ਹੈ। ਜਿਵੇਂ ਹੁਣ ਕਸ਼ਮੀਰ ਦਾ ਸੇਬ ਹੈ, ਕਿੱਥੋਂ ਕਿੱਥੋਂ ਤੱਕ ਵਰਲਡ ਦੇ ਵਿੱਚ ਜਾਂਦਾ। ਇਸੇ ਕਰਕੇ ਹੁਣ ਗੁਰਮੁਖ ਦੇ ਰੁੱਖ ਤੇ ਤਾਂ ਹਰ ਰਸ ਦੇ, ਨਾਮ ਦੇ, ਗਿਆਨ ਦੇ, ਅਕਥ ਦੇ, ਬ੍ਰਹਮ ਦੇ ਫਲ ਲੱਗਦੇ। ਉਹਦਾ ਗੁਰਮੁਖ ਦਾ ਰੁੱਖ ਹਰਾ ਹੀ ਰਹਿੰਦਾ ਹੈ, 12 ਮਾਸੀ ਫਲੰਤ, 12 ਮਹੀਨੇ ਕੋਈ ਸੋਕਾ ਨਹੀਂ, ਬਿਲਕੁਲ ਚੜ੍ਹਦੀ ਕਲਾ, ਖੁਸ਼ਬੂ। ਦੂਰੋਂ ਦੂਰੋਂ ਭਵਰੇ ਆ ਕੇ, ਹੋਰ ਵੀ ਦੂਜੇ ਪੰਛੀ ਆ ਕੇ ਉਹਦੇ ਰੁੱਖ ਦਾ ਲਾਇਆ ਲੈਂਦੇ ਨੇ ਗੁਰਮੁਖ ਤੋਂ। ਠੀਕ ਹੈ ਨਾ? ਮਹਾਰਾਜ ਕਹਿੰਦੇ ਪਏ ਨੇ ਨਾ ਕਿ ਇਹ ਇੱਕ ਚੰਦਨ ਦਾ ਰੁੱਖ ਹੈ ਗੁਰਮੁਖ, ਜਿਹੜਾ ਆਪ ਦੀ ਖੁਸ਼ਬੂ ਦਿੰਦਾ ਹੈ ਤੇ ਬਹੁਤ ਮਹਿੰਗਾ ਹੈ। ਤੇ ਚੰਦਨ ਦੇ ਰੁੱਖ ਨੂੰ ਹਰ ਕੋਈ ਖਰੀਦ ਵੀ ਨਹੀਂ ਸਕਦਾ। ਗੁਰਮੁਖ ਦੇ ਕੋਲੋਂ ਹਰ ਕੋਈ ਵਪਾਰ ਨਹੀਂ ਕਰ ਸਕਦਾ, ਸਿਰਫ ਪਾਰਖੂ ਵਪਾਰ ਕਰ ਸਕਦੇ ਨੇ। ਸੁਣਦੇ ਆ ਨਾ ਆਪਾਂ ਕਹਾਣੀਆਂ ਵੀ ਚੰਦਨ ਦੇ ਲੱਕੜੀਆਂ ਦਾ ਕਿਸੇ ਨੂੰ ਬਾਗ ਦੇ ਦਿੱਤਾ ਤੇ ਉਹਨੂੰ ਪਛਾਣ ਹੀ ਨਹੀਂ ਸੀ ਹੈਗੀ, ਤੇ ਉਹ ਆਮ ਜਿਹੜਾ ਹੈ ਉਹ ਜਾ ਕੇ ਤੇ ਵੇਚ ਆਵੇ ਕਰੇ। ਤੇ ਇੱਕ ਦਿਨ ਉਹ ਪਾਰਖੂ ਆ ਗਿਆ, ਅਖੀਰੀ ਪੇਡਾ ਹੀ ਤੇ ਖੀਰੀ ਉਹਦੀ ਟਾਹਣੀ ਵੇਚਣ ਗਿਆ। ਤੇ ਉਹ ਪਾਰਖੂ ਕਹਿੰਦਾ ਆ ਵੀ ਲੈਣਾ ਬਈ? ਤੇ ਕਹਿੰਦਾ ਲੈ ਲਾਂ। ਕਹਿੰਦਾ ਕਿੰਨੇ ਦਾ? ਕਹਿੰਦਾ ਇੰਨੇ ਹਜ਼ਾਰਾਂ ਦਾ। ਕਹਿੰਦਾ ਇੰਨੇ ਹਜ਼ਾਰਾਂ ਦਾ? ਕਹਿੰਦਾ ਕਮਲਾ ਤਾਂ ਨਹੀਂ ਹੋ ਗਿਆ? ਉਹ ਕਹਿੰਦਾ ਕਿਉਂ? ਮੈਨੂੰ ਚੱਲ, ਕਹਿੰਦਾ ਉਹ ਸੋਚੇ ਵੀ ਕਹਿੰਦਾ 10,000 ਦਾ, ਤੇ ਕਹਿੰਦਾ ਇਹ ਕਿਤੇ ਕਮਲਾ ਹੋ ਗਿਆ। ਕਹਿੰਦਾ ਨਹੀਂ ਚੱਲ 20 ਲੈ ਲੈ। ਕਹਿੰਦਾ ਯਾਰ ਇਹ ਕੀ ਕਮਾਲ ਹੋ ਗਈ, ਇੰਨੇ ਦਾ ਤਾਂ ਮੈਂ ਸਾਰਾ ਜੰਗਲ ਹੀ ਵੇਚਤਾ। ਤੇ ਕਹਿੰਦਾ ਤੂੰ ਕਮਲਾ ਤਾਂ ਤੂੰ ਹੈ, ਕਹਿੰਦਾ ਤੈਨੂੰ ਪਤਾ ਹੀ ਨਹੀਂ ਸੀ ਇਹ ਤਾਂ ਚੰਦਨ ਦਾ ਬੂਟਾ। ਇਸੇ ਕਰਕੇ ਗੁਰਮੁਖ ਇੱਕ ਐਸਾ ਰੁੱਖ ਆ ਜਿੰਦੇ ਕੋਲ ਹਰ ਇੱਕ ਤਾਂ ਇੱਕ ਉਹਦਾ ਵਪਾਰ ਵੀ ਨਹੀਂ ਉਹਦੇ ਨਾਲ ਕਰ ਸਕਦਾ, ਤੇ ਹਰ ਇੱਕ ਨੂੰ ਉਹਦੀ ਪਛਾਣ ਵੀ ਨਹੀਂ ਹੁੰਦੀ, ਤੇ ਹਰ ਇੱਕ ਉਹਦੇ ਕੋਲ ਬੈਠ ਵੀ ਨਹੀਂ ਸਕਦਾ। ਤੇ ਗੁਰਮੁਖ ਕੋਲ ਤਾਂ ਪਾਰਖੂ ਹੀ ਆਉਂਦੇ ਨੇ, ਪਾਰਖੂ ਹੀ ਉਹਦੇ ਨਾਲ ਵਪਾਰ ਕਰਦੇ ਨੇ, ਪਾਰਖੂ ਹੀ ਉਹਦੇ ਕੋਲ ਬੈਠਦੇ ਨੇ। ਜਿਨ੍ਹਾਂ ਨੂੰ ਪਤਾ ਹੈ ਤੇ ਜਿਨ੍ਹਾਂ ਨੂੰ ਉਸ ਚੀਜ਼ ਦੀ ਭੁੱਖ ਹੈ ਉਹ ਹੀ ਉਹਦੇ ਕੋਲੋਂ ਫਲ ਲੈ ਸਕਦੇ ਨੇ। ਠੀਕ ਹੈ ਨਾ? ਹੁਣ ਕਾਂ ਜਿਹੜਾ ਜਿਹਨੇ ਖਾਣਾ ਹੀ ਗੋਬਰ ਆ, ਬਿਸ਼ਟਾ ਹੀ ਖਾਣਾ ਹੈ, ਤੇ ਉਹਨੂੰ ਜਿੰਨਾ ਮਰਜ਼ੀ ਸੇਬ ਦਿੱਤੀ ਜੋ ਉਹਨੇ ਖਾਣਾ ਹੀ ਨਹੀਂ, ਉਹਨੇ ਤਾਂ ਜਾ ਕੇ ਗੋਬਰ 'ਚ ਮੂੰਹ ਮਾਰਨਾ। ਠੀਕ ਹੈ ਨਾ? ਕਊਆ ਕਾਕ ਕੋ ਅੰਮ੍ਰਿਤ ਰਸ ਪਾਈ ਹੈ, ਮੁਖ ਖਾਏ ਤ੍ਰਿਪਤ ਹੈ, ਬਿਸ਼ਟਾ ਗੋ ਹੈ। ਉਹਨੂੰ ਜਿੰਨਾ ਮਰਜ਼ੀ ਅੰਮ੍ਰਿਤ ਰਸ ਪਾਈ ਜੋ, ਉਹਨੇ ਤਾਂ ਗੋਬਰ ਖਾ ਕੇ ਹੀ ਤ੍ਰਿਪਤ ਹੋਣਾ। ਸੋ ਇਸੇ ਕਰਕੇ ਤਾਂ ਕਹਿੰਦੇ ਨੇ ਗੁਰਮੁਖ ਦਾ ਤਾਂ ਜਿਹੜਾ ਬੜਾ ਉੱਚਾ ਸੁੱਚਾ ਫਲ ਆ, ਉੱਚਾ ਸੁੱਚੀ ਖੁਸ਼ਬੋਈ ਵਾਲਾ ਉਹ ਜਿਹੜਾ ਹੈ ਰੁੱਖ ਆ, ਹਰ ਰਸ ਦੇ, ਬ੍ਰਹਮ ਦੇ, ਗਿਆਨ ਦੇ, ਅਕਥ ਦੇ, ਨਾਮ ਦੇ ਫਲ ਉਹਦੇ ਲੱਗਦੇ ਨੇ। ਤੇ ਆਪ ਵੀ ਉਹ ਲੈਂਦਾ ਲਾਹਾ, ਤੇ ਦੂਜੇ ਵੀ ਉਹਦੇ ਭਵਰੇ ਆ ਕੇ, ਤਿਤਲੀਆਂ ਜਿਹੜੇ ਗੁਰਮੁਖ ਉਹਦੇ ਕੋਲੋਂ ਲਾਹਾ ਲੈਂਦੇ ਨੇ। ਤੇ ਹੁਣ ਜਿਹੜਾ ਮਨਮੁਖ ਏ, ਇਹ ਕਿਹੋ ਜਿਹਾ ਰੁੱਖ ਏ? ਮਹਾਰਾਜ ਕਹਿੰਦੇ ਪਏ ਨੇ ਮਨਮੁਖ ਉਭੇ ਸੁੱਕ ਗਏ, ਨਾ ਫਲ ਤਿੰਨਾ ਛਾਉ। ਹੁਣ ਮਨਮੁਖ ਜਿਹੜਾ ਉਹ ਸੁੱਕਾ ਹੋਇਆ ਦਰਖਤ ਹੈ, ਨਾ ਤਾਂ ਉਸ ਦਰਖਤ ਤੇ ਫਲ ਹੈ ਤੇ ਨਾ ਹੀ ਛਾਂ ਹੈ। ਠੀਕ ਹੈ ਨਾ? ਹੁਣ ਕਈ ਆਪਾਂ ਫਲ ਦੇਖਦੇ ਆ ਨਾ, ਰੁੱਖ ਬਹੁਤ ਉੱਚੇ ਹੁੰਦੇ ਨੇ ਤੇ ਨਾ ਉਹਨਾਂ ਦਾ ਫਲ ਹੁੰਦਾ ਨਾ ਛਾਂ ਹੁੰਦਾ, ਵੈਸੇ ਹੀ ਖੜੇ ਹੁੰਦੇ ਨੇ, ਉਜਾੜ ਦੇ ਵਿੱਚ ਖੜੇ ਹੁੰਦੇ ਨੇ। ਆ ਜਿਵੇਂ ਅੱਕ ਦੇ ਬੂਟੇ ਹੋ ਗਏ, ਹੋਰ ਹੋ ਗਏ, ਜੇ ਆਪਾਂ ਦੇਖ ਲਏ ਆ ਕਿ ਵੱਡੇ ਵੱਡੇ ਇਹ ਆਪਣਾ ਹਾਂਜੀ ਸੀਮਣ ਦਾ ਹੋ ਗਿਆ, ਵਿੱਚ ਢਾਂਗਾ ਕਹਿੰਦੇ ਹੁੰਦੇ ਸੀ, ਉਹ ਉੱਗ ਜਾਂਦਾ ਹੁੰਦਾ ਸੀਗਾ, ਨਾ ਉਹਨਾਂ ਦਾ ਫਲ ਨਾ ਛਾਂ ਹੈ। ਹਾਂਜੀ, ਜਿਵੇਂ ਹੁਣ ਆਪਾਂ ਪਹਾੜੀ ਕਿੱਕਰ ਉੱਗਰ ਜਾਂਦਾ ਹੈ, ਵਿੱਚ ਨਿਰੇ ਕੰਡੇ ਹੀ ਕੰਡੇ, ਕਹਿੰਦੇ ਪੱਟਦਿਆਂ ਵੀ ਉਹਨੂੰ ਜੇ ਕਿਤੇ ਕੋਈ ਪੱਟਣ ਲੱਗੇ ਤਾਂ ਵੀ ਉਹ ਛਿੱਲ ਦਿੰਦਾ ਅਗਲੇ ਦਾ ਮਾਸ। ਸੋ ਇਸੇ ਕਰਕੇ ਕਹਿੰਦੇ ਮਨਮੁਖ ਉਭੇ ਸੁੱਕ ਗਏ, ਜਿੰਨਾ ਮਰਜ਼ੀ ਦਰਖਤ ਹੋਵੇ ਨੇ ਸੁੱਕ ਜਾਣਾ, ਨਾ ਫਲ ਤਿੰਨਾ ਛਾਉ, ਤਿੰਨਾ ਪਾਸ ਨਾ ਬੈਸੀਏ ਉਹਨਾਂ ਘਰ ਨਾ ਗਰਾਓ। ਕਹਿੰਦਾ ਇਹਨਾਂ ਦੇ ਕੋਲ ਨਾ ਬੈਠਿਆ ਕਰੋ, ਐਸੇ ਦਰਖਤ ਦੇ ਕੋਲ
बैठा ना करो, क्योंकि कहते ना घर ना गराओ, कहते ना तो उन्होंने कोल कोई घर जे ते ना उन्होंने कोल कोई जगह है, ना तो सुन दे वासी ने ते ना थिर घर दे वासी ने। मनमुख दे कोल आपदा घर तो है ही नहीं, वो तो काल दे घर दे विच रहिंदा, आ शरीर दे विच रहिंदा। जदों मर्जी काल इस घर दे विच उहनूं कढ देवे, जदों मर्जी इस घर नूं ढा देवे, जदों मर्जी इस घर नूं बीमारी ला देवे, जदों मर्जी इस घर दे विच कोई उथल पुथल कर दे, कदे गरमैश वधाती कदे ठंड वधाती, मनमुख दा तां आपदा घर है ही नहीं। ते साडे थिर घर दे विच ना तां कोई गरमैश वधे, ना उत्थे ताप चढ़े, ना को उत्थे बीमारी लगे, ना उत्थे कोई फुरना आवे। गुरमुख नूं तां काल जदों मर्जी घर छडा लिओ, कहंदा छडा ला भाई, मैनूं तेरे घर दी लोड़ ही नहीं। वो तां आपदे घर दे विच लगातार बैठदे ने, वो आपदे घर दे विच बैठ के इस घर दे नाल संपर्क रखदे ने। गुरमुख आप दे घर थिर घर दे विच बैठ के काल दे घर इस शरीर नाल संपर्क रखदे ने। ते जदों मर्जी ये छडाउणा चाहे, इहदे विच कोई उथल पुथल करे, वो आपदे घर दे विच बह जांदे ने, जाके उन्हां नूं महसूस नहीं हुंदा। ते मनमुख कोल तां आपदा घर ही है नहींगा, ना उहनूं आपदे घर दी पछाण। कहंदे ऐसे बंदे कोल बैठना ही की जिंदे कोल ना आपदा घर है ना बाहर है। हुण जे तुहाडे कोल कोई घर हैगा, चंगी कोठी हैगी है, रिश्तेदार आया है, ते तुसीं उहनूं कित्थे बिठाओगे? उत्थे ही बिठाओगे ना। वधिया तुहाडे कोल कोठी आ, वधिया विच AC लगाओगे, उहनूं बिठाओगे, ज्ञान गोष्ठ करोगे, आए नूं चाह पानी पियाओगे। ते जिहदे कोल घर ही ना होवे, वो अगला बैठा ही फुटपाथ ते आ, ते तुसीं उहदे कोल जाओगे ते ओह कित्थे बिठाएगा? फुटपाथ ते ही बिठाएगा। ना छत ना पानी ना चाह, तुहानूं आखेगा मैं मंगण चलिया, आ जा मेरे नाल, तूं भी मंग लिया। ठीक है। हुण तां ही कहा भी ये मनमुख दे कोल ना थिर घर है ना कोई अवस्था है, तो उस ऐसे बंदे कोल बैठना क्यों? वो जिदना शुरू कर देगा, खिलाफियत शुरू कर देगा, तो बैठो ही ना। हुण जिहड़ा बंदा जिद्ददा है, जिहदे कोल कोई ज्ञान है नहीं, रस है नहीं, वो जिहड़ा तुहाडे कोल हैगा वो भी खोलेगा, ऐसियां गल्लां सुनाएगा, तुसीं उहदे पिछे लग जाओ, यार गल तां सच्ची है, पैदा ही है नहीं कोई। तां कहंदे ने मनमुख खूबे सुक गए, ना फल तिन्ना छाओ, तिन्ना पास ना बैसीओ, ना घर ना गराओ, कट्टिया ते नित जालीए, उन्हां शब्द ना नाओ। फिर जिहड़ा सुक्का दरखत हुंदा है, उहनूं फिर की करदे ने? आंदे ने आ लक्कड़ बड़ी सुक्की है, इहनूं वढ लो यार, बालण दा काम देगी। आ लक्कड़ सुक्की है, आ सुक्का दरखत कड़ा, इहनूं यार वढ के चिरवा लो, कोई दरवाजियां दा काम दे देगा। सुक्के नूं ही चीरदे ने ना, सुक्की लक्कड़ फड़ के उहदा बालण बना दिंदे ने। सो ऐसे करके कहते कट्टिए ते नित जालीए, क्यों? कहते उन्हां शब्द ना नाओ, क्योंकि उनके कोल ना तो गुरमंत्र शब्द है ते ना नाम प्रगट है उनके कोल। ठीक है ना। तां कहते उन्होंने फड़ लेंदे ने जम, रोज कटदे ने, रोज साड़दे ने, रोज मारदे ने। सो इसे करके आपां नूं अज ये आपां पॉइंट लिया सीगा कि रुख दा, पंछी दा, फल दा, ये आपां अज पॉइंट लए ने। आओ फिर थोड़ा जिहा सिमरन करिए, एक चित हो के करो शुरू जी। वाहिगुरू वाहिगुरू, नाल नाल चोग चुगी जानी शब्द दी रस दी। गुरु वाहिगुरू 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 जी
का खालसा वाहिगुरू जी की फतेह। अच्छा हुण एक होर पॉइंट देना मैं तुहानूं, जदों भी किसी कोल बैठना है वेख लैना है भी आपां अज रुख ते गल चली ये काहदा रुख है। जे हुण तुसीं बैठे किक्कर कोल हो, उहदे ते कंडे लगे ने ते उहदे कोल बैठ के ते आखी जाओ भी यार सेब नहीं मिलिया इहदे कोलों, मिल जाएगा तुहानूं? की कहते ने लोड़ है दाख बजूरियां किक्कर बीजे जट। जे आखी जाए भी ਇਹਦੇ ਕੋਲੋਂ ਮੈਨੂੰ ਦਾਖਾਂ ਮਿਲਣ, ਮਿਸ਼ਰੀ ਮਿਲੇ, ਸਿਓ ਮਿਲਣ, ਬਦਾਮ ਮਿਲਣ ਤੇ ਹੋਵੇ ਵਿਚਾਰਾ ਉਹ ਅੱਕ ਦਾ ਬੂਟਾ। ਜਦੋਂ ਕਿਸੇ ਕੋਲ ਬੈਠ ਕੇ ਸੰਗ ਕਰਨਾ ਹੈ, ਐਟਲੀਸਟ ਤੁਹਾਡੇ ਪਰਿਵਾਰਕ ਮੈਂਬਰ ਨੇ, ਚਾਹੇ ਰਿਸ਼ਤੇਦਾਰ ਨੇ, ਚਾਹੇ ਫਰੈਂਡ ਗਰੁੱਪ ਹੈ, ਚਾਹੇ ਸਰਕਲ ਕੋਈ ਵੀ ਹੈ, ਪਹਿਲਾਂ ਵੇਖਣਾ ਹੈ ਕਿ ਇਹ ਕਿਸ ਬਿਰਤੀ ਦਾ ਬੰਦਾ ਹੈ। ਜੇ ਤਾਂ ਦਿਵ ਦ੍ਰਿਸ਼ਟੀ ਵਾਲੇ ਹੋ ਤਾਂ ਦ੍ਰਿਸ਼ਟੀ ਤੋਂ ਹੀ ਪਛਾਣ ਜਿਆ ਕਰੋ ਵੀ ਇਹਦੇ ਨੇਤਰਾਂ ਦਾ ਕੌਣ ਉਪਯੋਗ ਕਰ ਰਿਹਾ। ਨਹੀਂ ਅਜੇ ਦ੍ਰਿਸ਼ਟੀ ਬਣੀ ਤੇ ਉਹਦੇ ਬਚਨਾਂ ਤੋਂ ਫੜਿਆ ਕਰੋ। ਜੇ ਉਹ ਵਿਖਿਆ ਦੇ ਬਚਨ ਕਰਦਾ ਹੈ ਤੇ ਉੱਠੋ, ਕਿਉਂਕਿ ਜਦੋਂ ਕਿੱਕਰ ਦੇ ਨਾਲ ਕੋਈ ਫਲਦਾਰ ਬੂਟਾ ਹੋਵੇ ਨਾ ਤੇ ਹਨੇਰੀ ਚੱਲਦੀ ਹੈ ਤੇ ਕਿੱਕਰ ਦੇ ਕੰਡੇ ਉਹਦਾ ਸੰਤੁਲਨ ਵੀ ਖਰਾਬ ਕਰਦੇ ਨੇ। ਉਸ ਬੂਟੇ ਤੋਂ ਵੀ ਝਾੜ ਦਾ ਬੂਟਾ ਹੁੰਦਾ ਨਾ, ਕਈ ਵਾਰੀ ਉਹ ਕੋ ਐਸਾ ਬੂਟਾ ਹੁੰਦਾ ਦੂਜੇ ਫਲਦਾਰ ਬੂਟੇ ਦੇ ਉੱਪਰ ਦੀ ਹੋ ਜਾਂਦਾ, ਉਹਨੂੰ ਉੱਤੇ ਨਹੀਂ ਵਧਣ ਦਿੰਦਾ। ਤੇ ਤੁਸੀਂ ਬੂਟੇ ਹੋ ਤੇ ਬੂਟਾ ਜਿਹੜਾ ਹੈਗੇ ਹੋ ਤੁਸੀਂ ਹੈਗੇ ਹੋ ਬ੍ਰਹਮ ਦੇ, ਸਹਿਜ 'ਚ ਸਮਝੋ ਰਸ ਦੇ ਬੂਟੇ ਹੋ, ਅੰਮ੍ਰਿਤ ਦੇ ਬੂਟੇ ਹੋ। ਤੇ ਇੱਕ ਬੂਟਾ ਹੈ ਜਿਹੜਾ ਉਹ ਸਹੀ ਤਰੀਕੇ ਨਾਲ ਕਿਵੇਂ ਫਲਦਾ ਫੁੱਲਦਾ ਹੈ। ਇੱਕ ਤਾਂ ਉਹਨੂੰ ਪ੍ਰੋਪਰ ਪਾਣੀ ਮਿਲਦਾ ਰਹੇ, ਪ੍ਰੋਪਰ ਉਹਨੂੰ ਖਾਦ ਮਿਲਦੀ ਰਹੇ, ਪ੍ਰੋਪਰ ਉਹਨੂੰ ਗਰਮੈਸ਼ ਤੇ ਜਿਹੜੀ ਹੈ ਛਾਂ ਮਿਲਦੀ ਰਹੇ। ਤੀਜੀ ਗੱਲ, ਜਿੱਥੇ ਉਹ ਖਲੋਤਾ ਹੈ ਉਹਦੇ ਆਸੇ ਪਾਸੇ ਸਪੇਸ ਹੋਵੇ, ਦੂਜਾ ਕੋਈ ਬੂਟਾ ਨਾ ਹੋਵੇ। ਠੀਕ ਹੈ। ਹੁਣ ਕਾਹਦਾ ਪਾਣੀ ਤੁਸੀਂ ਰੋਜ਼ ਦਾ ਰੋਜ਼, ਤੁਹਾਨੂੰ ਪਾਣੀ ਕਾਹਦਾ ਹੈ ਕਿ ਤੁਸੀਂ ਰੋਜ਼ ਦਾ ਰੋਜ਼ ਸਿਮਰਨ ਨਾਮ ਦਾ ਜਿਹੜਾ ਵਾਹਿਗੁਰੂ ਗੁਰਮੰਤਰ ਦਾ ਪਾਣੀ ਤੁਹਾਨੂੰ ਮਿਲਦਾ ਰਹਿਣਾ ਚਾਹੀਦਾ। ਤੇ ਜੇ ਨਾ ਮਿਲੇਗਾ ਤੇ ਕੀ ਹੋਵੇਗਾ? ਗਰਮੈਸ਼ ਵੱਧ ਕੇ ਸੋਕਾ ਆ ਜਾਏਗਾ। ਦੂਜੀ ਖਾਦ ਪੈਂਦੀ ਰਹੇ ਟਾਈਮ ਦੇ ਟਾਈਮ। ਉਹ ਕਾਹਦੀ ਹੈ? ਸੰਗਤ ਦੀ, ਇਕੱਠ ਦੇ, ਗਿਆਨ ਦੀ ਖਾਦ ਤੁਹਾਨੂੰ ਚਾਹੀਦੀ ਹੈ। ਕਿਉਂਕਿ ਖਾਦ ਜਿਹੜੇ ਤੁਹਾਡੇ ਅੰਦਰੋਂ ਪ੍ਰੋਟੀਨ, ਲਵਣ, ਜਿਹੜੇ ਕਾਰਬੋਹਾਈਡਰੇਟਸ ਘੱਟ ਵਾਧੇ ਹੁੰਦੇ ਨੇ ਨਾ, ਵਿਚਾਰ ਘਟਾ ਵਧਾ ਦਿੰਦੇ ਨੇ ਬੈਲੈਂਸ, ਉਹ ਸੰਗਤ ਦੇ ਨਾਲ ਸਾਰਾ ਪ੍ਰੋਪਰ ਪੂਰਾ ਹੋ ਜਾਂਦਾ। ਤੀਜਾ ਹੈਗਾ ਵੀ ਗਰਮੈਸ਼, ਠੰਡ ਮਿਲਦੀ ਰਹੇ ਕਿ ਜਿਹੜੀ ਸੰਗਤ ਹੈ, ਜਿਹੜਾ ਪ੍ਰਚਾਰ ਹੈ, ਸੱਚ ਦੀ ਉਸਤਤ ਹੈ, ਉਹਨੂੰ ਕਰੀ ਜਾਓ। ਸਿਮਰਨ, ਧਿਆਨ ਤੇ ਗਿਆਨ ਪੂਰਾ ਬਰਾਬਰ ਚਲਾਓ। ਸਿਮਰਨ, ਗਿਆਨ ਤੇ ਧਿਆਨ ਇਹਨੂੰ ਬਰਾਬਰ ਚਲਾਓ। ਚੌਥਾ, ਸਪੇਸ ਪੂਰਾ ਇਹ ਬੜਾ ਖਿਆਲ ਰੱਖਣਾ ਵੀ ਆਸੇ ਪਾਸੇ ਕੋਈ ਦੂਜਾ ਬੂਟਾ ਤੁਹਾਡੇ ਤੇ ਦਾਬ ਨਾ ਪਾ ਜੇ। ਆਪਦੇ ਮਤਲਬ ਐਸੇ ਲੋਕਾਂ ਦੇ ਨਾਲ ਹੀ ਸੰਪਰਕ ਰੱਖਣਾ ਵੀ ਜਿਨ੍ਹਾਂ ਤੋਂ ਸਿਰਫ ਤੁਹਾਨੂੰ ਲਾਹਾ ਮਿਲੇ, ਜਿੱਥੇ ਪਤਾ ਲੱਗੇ ਵੀ ਇਹ ਹੁਣ ਮੈਨੂੰ ਤੋਟੇ ਵੱਲ ਲੈ ਕੇ ਜਾ ਰਿਹਾ ਹੈ, ਮੈਨੂੰ ਦਬਾ ਰਿਹਾ ਹੈ, ਮੇਰੇ ਗਿਆਨ ਨੂੰ ਖਤਮ ਕਰੇਗਾ ਜਾਂ ਮੈਨੂੰ ਇਹ ਕਿਤੇ ਡੇਗੇਗਾ। ਉਸ ਬੰਦੇ ਤੋਂ ਪਾਸੇ ਹਟ ਜਾਣਾ ਹੈ, ਉਸ ਸਰਕਲ ਤੋਂ, ਉਸ ਗਰੁੱਪ ਤੋਂ, ਉਸ ਸੰਸਥਾ ਤੋਂ, ਉਸ ਗੁਰਦੁਆਰੇ ਤੋਂ, ਉਸ ਮੰਦਰ ਤੋਂ, ਮਸਜਿਦ ਤੋਂ, ਗਿਰਜਾ ਘਰ ਤੋਂ, ਉਸ ਸੰਗਠਨ ਤੋਂ, ਉਸ ਗਰੁੱਪ ਤੋਂ, ਕਿਤੇ ਵੀ ਜਿੱਥੇ ਤੁਹਾਨੂੰ ਪਤਾ ਲੱਗਦਾ ਹੈ ਕਿ ਇਸ ਪੁਆਇੰਟ ਤੇ ਮੈਨੂੰ ਘਾਟਾ ਮਿਲਦਾ ਪਿਆ, ਮੇਰੀ ਗੁਰਮਤ ਖਤਮ ਹੁੰਦੀ ਪਈ ਹੈ, ਮੇਰੀ ਦ੍ਰਿਸ਼ਟੀ ਖਤਮ ਹੁੰਦੀ ਪਈ ਆ, ਉੱਥੋਂ ਜਿੱਦਣ ਦੀ ਬਜਾਏ ਚੁੱਪ ਕਰਕੇ ਪਾਸੇ ਹਟ ਜਾਓ ਤੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਤੇ ਇਹਨਾਂ ਤੋਂ ਗਿਆਨ ਲੈ ਕੇ ਆਪ ਦਾ ਕਰੀ ਜਾਓ। ਜਦੋਂ ਤੁਹਾਨੂੰ ਪਤਾ ਕਿ ਇੱਥੇ ਪਿੱਛੇ ਜਾ ਕੇ ਵੀ ਇੱਕ ਜੁੜਦਾ ਤੇ 10 ਘਟਦੇ ਨੇ, ਐਸੀ ਜਗ੍ਹਾ ਤੇ ਵੀ ਨਹੀਂ ਜਾਣਾ ਵੀ ਜਿੱਥੇ 2 ਜੁੜਨ ਤੇ ਨਾਲ 8-10 ਘਟ ਜਾਣ, ਉੱਥੇ ਨਹੀਂ ਜਾਣਾ। ਉਹਨਾਂ ਤੋਂ ਪਾਸੇ ਹਟ ਜਾਣਾ, ਕਿਉਂਕਿ ਤੁਸੀਂ ਕਿਹੜੇ ਰੁੱਖ ਹੋ? ਗੁਰਮੁਖ ਬ੍ਰਹਮ ਹਰਿਆਵਲਾ, ਸੱਚ ਚੁੱਕੇ ਸਹਿਜ ਚੁਬਾਏ। ਤੁਸੀਂ ਬ੍ਰਹਮ ਦੇ ਰੁੱਖ ਹੋ ਤੇ ਆਪ ਦੀ ਖੁਸ਼ਬੂ ਬਰਕਰਾਰ ਰੱਖਣੀ ਹੈ, ਆਪ ਵੀ ਲਾਹਾ ਲੈਣਾ ਹੈ ਤੇ ਦੂਜਿਆਂ ਨੂੰ ਵੀ ਲਾਹਾ ਦੇਣਾ। ਸੋ ਸੱਚ ਦੇ ਵਿੱਚ ਧਿਆਨ ਲਾ ਕੇ ਰੱਖਣਾ ਹੈ ਤਾਂ ਕਿ ਤੁਹਾਨੂੰ ਜਿਹੜਾ ਮੈਂ ਅੱਗੇ ਕਿਹਾ ਖਾਦ, ਪਾਣੀ, ਗਿਆਨ, ਧਿਆਨ, ਸਿਮਰਨ ਬਰਾਬਰ ਚੱਲਦਾ ਰਹੇ ਨਾ। ਜਿਹਦਾ ਸਿਮਰਨ ਤੇ ਗਿਆਨ ਤੇ ਧਿਆਨ, ਇਹ 3 ਚੀਜ਼ਾਂ ਇੱਥੇ ਦੁਨੀਆ 'ਚ ਰਹਿੰਦੀਆਂ ਬਰਾਬਰ ਚੱਲਦੀਆਂ ਨੇ, ਉਹ ਗੁਰਮੁਖ ਕਦੇ ਮਾਰ ਨਹੀਂ ਖਾਂਦਾ, ਨਾ ਉਹਨੂੰ ਕੋਈ ਦੱਬ ਸਕਦਾ ਹੈ ਤੇ ਨਾ ਉਹਨੂੰ ਕੋਈ ਦਬਾ ਸਕਦਾ ਹੈ। ਬਿਲਕੁਲ ਉਹ ਖੁੱਲੇ ਸ਼ੇਰ ਤਰ੍ਹਾਂ ਹੈ, ਬੜਕਾ ਮਾਰਦਾ ਫਿਰਦਾ ਹੈ, ਸਗੋਂ ਉਹਦੇ ਤੋਂ ਲਾਹਾ ਹੀ ਲੈਂਦੇ ਨੇ। ਸਿਮਰਨ ਵਾਹਿਗੁਰੂ ਦਾ, ਗਿਆਨ ਗੁਰਬਾਣੀ ਦਾ ਤੇ ਧਿਆਨ ਸੱਚ ਦਾ। ਠੀਕ ਹੈ ਜੀ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਪੂਜਾ ਕਾਹਦੀ ਕਰਨੀ ਹੈ? ਧਿਆਨ ਦੁਆਰਾ, ਅਕਾਲ ਪੁਰਖ ਦੀ, ਨਾਮ ਦੀ ਤੇ ਸੱਚ ਦੀ। ਠੀਕ ਹੈ। ਪਰਚਾ ਸ਼ਬਦ ਕਾ, ਗਿਆਨ ਕਾਹਦਾ ਕਰਨਾ ਹੈ? ਗੁਰਬਾਣੀ ਦਾ, ਸੰਗਤ ਦਾ, ਗੁਰਮਤਿ ਦਾ, ਤੇ ਦੀਦਾਰ ਖਾਲਸੇ ਕਾ, ਸੰਗ ਕਿਹਦਾ ਕਰਨਾ ਹੈ?
ਗੁਰਮੁਖਾਂ ਦਾ, ਖਾਲਸਿਆਂ ਦਾ। ਖਾਲਸਾ ਇਹ ਨਹੀਂ ਵੀ ਕਿਤੇ ਸਮਝੋ ਵੀ ਜੋ ਡਰੈਸ ਕੋਡ ਦੇ ਵਿੱਚ ਹੈ ਉਹੀ ਖਾਲਸਾ ਹੁੰਦਾ ਹੈ, ਜਿਹਨੇ ਮਨ ਨੂੰ ਖਾਲਸ ਕਰ ਰਿਹਾ, ਜਿਹੜਾ ਵਿਚਾਰਾਂ ਤੋਂ ਰਹਿਤ ਹੋ ਕੇ ਉੱਠ ਗਿਆ। ਇਹ ਧਿਆਨ ਰੱਖਿਆ ਕਰੋ, ਇਹ ਤਾਂ ਹੀ ਬਚੋਗੇ। ਪਤਾ ਨਹੀਂ ਕਿੰਨੇ ਕੁ ਸਵਾਸ ਰਹਿ ਗਏ ਨੇ, ਲਾਹਾ ਇਕੱਠਾ ਕਰਨ ਦੀ ਕਰੋ, ਗਵਾਇਆ ਨਾ ਕਰੋ। ਚਾਹੇ ਕੋਈ ਰਿਸ਼ਤੇਦਾਰ ਹੈ, ਚਾਹੇ ਕੋਈ ਸਕਾ ਹੈ, ਚਾਹੇ ਮਾੜਾ ਹੈ, ਚਾਹੇ ਚੰਗਾ ਹੈ, ਜਿੱਥੋਂ ਤੁਹਾਡੇ ਮਨ ਨੂੰ ਟੋਟਾ ਮਿਲਦਾ ਹੈ ਪਾਸੇ ਹਟ ਜਾਓ। ਬਸ ਆਪਦਾ ਲਗਾਤਾਰ ਸਿਮਰਨ ਜਾਰੀ ਰੱਖੋ ਔਰ ਕੋਸ਼ਿਸ਼ ਕਰੋ ਸ਼ਬਦ ਵਿੱਚ ਸਮਾਏ ਰਿਹਾ ਕਰੋ। ਕਰਮ ਕਰਦਿਆਂ ਜੇ ਸ਼ਬਦ ਨਹੀਂ ਸੁਣਦਾ ਕੋਈ ਗੱਲ ਨਹੀਂ, ਤੁਸੀਂ ਗੁਰਮੰਤਰ ਦਾ ਅਭਿਆਸ ਜਾਰੀ ਰੱਖੋ। ਜਿਹੜਾ ਕਰਮ ਕਰਦਿਆਂ ਨਹੀਂ ਨਾ ਸੁਣਦੇ ਸ਼ਬਦ, ਕੋਈ ਗੱਲ ਨਹੀਂ, ਸਿਮਰਨ ਕਰੋ, ਸਿਮਰਨ ਜਾਰੀ ਰੱਖੋ ਉੱਥੇ। ਤੇ ਇਹ ਨਹੀਂ ਹੈਗਾ ਵੀ ਮੈਨੂੰ ਸ਼ਬਦ ਨਹੀਂ ਸੁਣਦਾ ਤੇ ਮੇਰੀ ਕੋਈ ਸਟੇਜ ਛੋਟੀ ਕੋ ਵੱਡੀ। ਆਪਾਂ ਸੱਚ ਨੂੰ ਯਾਦ ਰੱਖਣਾ। ਸਿਮਰਨ ਦਾ ਮਤਲਬ ਹੁੰਦਾ ਉਹਨੂੰ ਸਿਮਰਤੀ, ਉਹਨੂੰ ਯਾਦ 'ਚ ਵਸਾ ਕੇ ਰੱਖਣਾ ਤੇ ਗੁਰਮੰਤਰ ਦੁਆਰਾ ਉਹਨੂੰ ਵਸਾਓ। ਔਰ ਜਿਵੇਂ ਜਿਵੇਂ ਫਿਰ ਸਹਿਜ ਬਣੇਗੀ ਕਰਮ ਕਰਦਿਆਂ ਤੁਹਾਨੂੰ ਜਿਹੜਾ ਸ਼ਬਦ ਸੁਣਾਈ ਦੇਣ ਲੱਗ ਜਾਏਗਾ। ਔਰ ਕੋਸ਼ਿਸ਼ ਕਰੋ ਕਿ ਸੱਚ ਦੇ ਵਿੱਚੋਂ ਦੀ ਇਸ ਦੁਨੀਆ ਦੇ ਦਰਸ਼ਨ ਕਰੋ, ਸਮਦ੍ਰਿਸ਼ਟੀ ਹੋ ਕੇ ਚੱਲੋ। ਸੱਚ ਨੂੰ ਦੇਖਦਿਆਂ ਸਾਰਿਆਂ ਨੂੰ ਦੇਖੋ, ਤਾਂ ਕਿ ਜੋਤ ਜਿਹੜੀ ਹੈ ਉਹ ਕੰਮ ਕਰਦਿਆਂ ਨਾ ਵਿਸਰੇ। ਔਰ ਇੱਕ ਚਿੱਤ ਹੋਣਾ ਜਦੋਂ, ਉਦੋਂ ਵੀ ਸ਼ਬਦ ਤੇ ਸੱਚ 'ਚ ਧਿਆਨ ਲਾ ਕੇ ਹੋਣਾ ਹੈ। ਜੇ ਅਜੇ ਨਹੀਂ ਅਵਸਥਾ ਤੇ ਗੁਰਮੰਤਰ ਦੀ ਆਵਾਜ਼ ਦੇ ਵਿੱਚ ਧਿਆਨ ਲਾ ਕੇ ਤੁਸੀਂ ਇੱਕ ਚਿੱਤ ਹੋਣਾ ਹੈ, ਸੌਣਾ ਹੈ, ਬੈਠਣਾ ਹੈ, ਜਦੋਂ ਅੱਖਾਂ ਬੰਦ ਕਰਕੇ ਕਰਨਾ। ਕਿਉਂਕਿ ਅੱਜ ਵੀ ਆ ਵਿਚਾਰ ਕੀਤੀ ਸੀ ਕਿ ਜਿਹੜੀ ਜੋਤ ਆ, ਜਿਹੜੀ ਜੋਤ ਨੂੰ ਕਦੇ ਵੀ ਕੋਈ ਦਾਗ ਨਹੀਂ ਲੱਗ ਸਕਦਾ, ਜੋਤ ਕਦੇ ਮੈਲੀ ਨਹੀਂ ਹੁੰਦੀ। ਔਰ ਜਿਹੜਾ ਸਰੀਰ ਹੈ ਇਹ ਕਦੇ ਸੁੱਚਾ ਨਹੀਂ ਹੋ ਸਕਦਾ। ਇਸ ਕਰਕੇ ਸਰੀਰ ਦੀ ਕਦੇ ਸੁਚਮਤਾ ਨਹੀਂ ਹੋਈ ਤੇ ਜਿਹੜਾ ਜੋਤ ਹੈ, ਜਿਹੜੀ ਆਤਮਾ ਹੈ, ਉਹ ਕਦੇ ਮੈਲੀ ਨਹੀਂ ਹੋਈ। ਮੈਲਾ ਉਦੋਂ ਜੀਵ ਹੁੰਦਾ ਹੈ ਕਿ ਜਦੋਂ ਵਿਚਾਰਾਂ ਦੇ ਵਿੱਚ ਆ ਜਾਂਦਾ ਹੈ। ਤੇ ਅਸਲ ਸੁਚਮਤਾ ਹੀ ਕੀ ਹੈ? ਸੁਚਮਤਾ ਕੀ ਹੁੰਦੀ ਹੈ? ਵਿਚਾਰਾਂ ਤੋਂ ਰਹਿਤ ਰਹਿਣਾ, ਸਹਿਜ ਵਿੱਚ ਰਹਿਣਾ, ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਣਾ, ਉਹ ਸੁਚਮਤਾ ਹੀ ਹੈ। ਤੇ ਜੇ ਦ੍ਰਿਸ਼ਟੀ ਤੁਹਾਡੀ ਫਟੀ ਪਈ ਹੈ ਵਿਚਾਰਾਂ ਵਿੱਚੋਂ ਤੇ ਸਰੀਰ ਦੀ ਜਿੰਨੀ ਮਰਜ਼ੀ ਸੁਚਮਤਾ ਰਹੇ, ਸਰੀਰ ਤਾਂ ਕਦੇ ਸੁੱਚਾ ਹੋ ਹੀ ਨਹੀਂ ਸਕਦਾ। ਸਰੀਰ ਤਾਂ ਬਣਿਆ ਹੀ ਗੰਦਗੀ ਦਾ, ਤੇ ਸਰੀਰ ਦੇ ਅੰਦਰ ਬਾਹਰ ਤਾਂ ਗੰਦਗੀ ਹੈ। ਪਤਾ ਨਹੀਂ ਕਿੰਨੇ ਕੁ ਛੋਟੇ ਛੋਟੇ ਜੀਅ ਨੇ, ਮਾਈਕਰੋਸਕੋਪ ਨਾਲ ਦੇਖੋ ਕਿ ਲਗਾਤਾਰ ਤੁਹਾਡੇ ਰੋਮਾਂ ਦੇ ਵਿੱਚ ਵਿਸਟਾ ਕਰੀ ਜਾ ਰਹੇ ਨੇ, ਕਾਮ ਵਾਸਨਾ ਕਰੀ ਜਾ ਰਹੇ ਨੇ, ਕ੍ਰੋਧ ਕਰਕੇ ਆਪਸ 'ਚ ਲੜੀ ਜਾ ਰਹੇ ਨੇ। ਕਿੰਨੇ ਅੰਦਰ ਗੰਦਗੀ ਪੈਦਾ ਹੋ ਰਹੀ ਹੈ, ਕਿੰਨੇ ਜੀਵ ਤੁਹਾਡੇ ਅੰਦਰ ਕਰੋੜਾਂ ਅਰਬਾਂ ਖਰਬਾਂ ਤਾਦਾਦ ਦੇ ਵਿੱਚ ਜਨਮ ਲੈ ਰਹੇ ਨੇ ਤੇ ਮਰ ਰਹੇ ਨੇ ਰੋਜ਼ ਦਾ ਰੋਜ਼। ਤੇ ਇਸੇ ਕਰਕੇ ਇਹ ਤਾਂ ਦੇਖੋ ਕਿ ਵਿਸਟਾ ਅਸਤਰਕਤ ਪਰੇਟੇ ਚਾਮ, ਇਹ ਤਾਂ ਸੁੱਚਾ ਹੋ ਹੀ ਨਹੀਂ ਸਕਦਾ। ਇਹਦੇ ਅੰਦਰ ਤਾਂ ਗੰਦਗੀ ਹੈ। ਗੰਦਗੀ ਨੂੰ ਸੁੱਚਾ ਕਿਵੇਂ ਕਰ ਲੋਗੇ? ਬਾਹਰੋਂ ਸੁੱਚਾ ਕਰ ਲੋਗੇ 1-2 ਮਿੰਟ ਨਾਲ ਤੇ ਉਹ ਫਿਰ ਦੁਬਾਰਾ ਪਸੀਨਾ ਆ ਜਾਂਦਾ। ਹੁਣ ਨਹਾ ਧੋ ਕੇ ਤੁਸੀਂ ਸਾਬਣ ਲਾ ਕੇ ਸਰੀਰ ਨੂੰ ਸੁੱਚਾ ਕਰ ਲੈਂਦੇ ਹੋ ਤੇ ਕੱਪੜੇ ਨਾਲ, ਤੌਲੀਏ ਨਾਲ ਉਹਨੂੰ ਪੂੰਝਦੇ ਹੋ, ਤੇ 2-3 ਦਿਨ ਬਾਅਦ ਤੌਲੀਆ ਦੇਖੋ ਗੰਦਾ ਹੋ ਜਾਂਦਾ। ਤੁਸੀਂ ਤਾਂ ਨਹਾ ਕੇ ਹੀ ਪੂੰਝਦੇ ਹੋ ਤੇ ਤੌਲੀਏ ਨੂੰ ਫਿਰ ਕਿਤੋਂ ਮੁਸ਼ਕ ਆਉਣ ਲੱਗ ਜਾਂਦਾ। ਇਸ ਕਰਕੇ ਸਰੀਰ ਨਹੀਂ ਸੁੱਚਾ ਹੋ ਸਕਦਾ ਕਦੇ ਵੀ। ਇਹ ਸਰੀਰ ਦੀ ਸੁਚਮਤਾ ਮਨ ਦੀ ਸੁਚਮਤਾ ਹੈ। ਤੇ ਮਨ ਕਦੇ ਮੈਲਾ ਨਹੀਂ ਹੁੰਦਾ। ਜਿਵੇਂ ਆਹ ਦੁਨਿਆਵੀ ਮੈਲ ਨਹੀਂ ਚੜ੍ਹਦੀ, ਮਨ ਮੈਲਾ ਹੁੰਦਾ ਹੈ ਵਿਚਾਰਾਂ 'ਚ ਜਾ ਕੇ। ਇਸ ਕਰਕੇ ਇੱਕ ਹੀ ਮੈਲ ਹੈ, ਉਹ ਹੈ ਵਿਚਾਰਾਂ ਦੀ। ਹੋਰ ਕੋਈ ਮਨ ਨੂੰ ਖੂਨ ਦੀ ਮੈਲ ਨਹੀਂ ਲੱਗਦੀ, ਕੋਈ ਆਪਣਾ ਘੱਟੇ ਦੀ ਮੈਲ ਨਹੀਂ ਲੱਗਦੀ, ਹੋਰ ਕੋਈ ਨਹੀਂ ਮੈਲ ਲੱਗਦੀ, ਉਹਨੂੰ ਵਿਚਾਰਾਂ ਦੀ ਮੈਲ ਲੱਗਦੀ। ਤੇ ਉਹ ਤੁਸੀਂ ਸਿਮਰਨ ਕਰਕੇ ਲਾ ਦਿਆ ਕਰੋ। ਤੇ ਇੱਕ ਹੀ ਸੁਚਮਤਾ ਹੈ ਤੇ ਇੱਕ ਹੀ ਮੈਲ ਹੈ, ਉਹ ਆ ਮਨ ਦੀ ਸੁਚਮਤਾ ਤੇ ਮਨ ਦੀ ਮੈਲ। ਤਨ ਜਿਹੜਾ ਹੈ ਇਹ ਤਾਂ ਮੈਲੇ ਦਾ ਮੈਲਾ ਹੀ ਹੈ, ਇਹ ਤਾਂ ਕਦੇ ਸੁੱਚਾ ਹੋ ਹੀ ਨਹੀਂ ਸਕਦਾ। ਬਸ ਇਹਦੀ ਵੀ ਆਪਾਂ ਇਹਨੂੰ ਨਵਾ ਦਿੰਦੇ ਹਾਂ, ਤੰਦਰੁਸਤੀ ਰਹਿੰਦੀ ਹੈ, ਤੱਤਾਂ ਦਾ ਬੈਲੈਂਸ ਸੈੱਟ ਰਹਿੰਦਾ ਹੈ, ਵਧੀਆ ਬਣਿਆ ਰਹਿੰਦਾ ਹੈ। ਅੱਜ ਹੁਣ ਸਾਧਨ ਹੋ ਗਏ ਨੇ ਤੇ ਰੋਜ਼ ਨਹਾ ਲੈਂਦੇ ਨੇ। ਪਹਿਲੋਂ ਇੰਨੇ ਨਹੀਂ ਸੀ ਸਾਧਨ ਹੈਗਾ, ਪਾਣੀ ਨਹੀਂ ਸੀ ਇੰਨਾ ਖੁੱਲ੍ਹਾ ਹੈਗਾ, ਇੰਨਾ ਕੱਪੜਾ, ਇੰਨਾ ਪੈਸਾ ਨਹੀਂ ਸੀ ਤੇ ਨਹੀਂ ਸੀ ਨਹਾਉਂਦੇ। ਹਫ਼ਤਾ 10-10 ਦਿਨ ਨਹੀਂ ਸੀ ਨਹਾਉਂਦੇ ਹੁੰਦੇ। ਹੁਣ ਜਿਹਨੇ ਖੂਹ ਤੇ ਜਾਣਾ, ਜਿਹਨੇ 10 ਕੋਹ ਤੇ ਖੂਹ ਹੈ, 12 ਕਿਲੋਮੀਟਰ ਰੋਜ਼ ਟੁਰ ਕੇ ਜਾਣਾ ਹੋਵੇ, ਰੋਜ਼ ਕਿੱਥੇ ਨਹਾਊਗਾ? ਤੇ ਜਿਹਦੇ ਕੋਲ ਕੱਪੜਾ ਹੈ ਨਹੀਂ, ਵਿਚਾਰੇ ਕੋਲ ਇੱਕ ਅੱਧਾ ਸੂਟ ਹੈ ਤੇ ਉਹ 15-20 ਦਿਨਾਂ ਬਾਅਦ ਕੱਪੜੇ ਧੋਂਦੇ ਸੀ। ਪੁਰਾਣੇ ਜਿਹੜੇ ਆਪਣੇ ਡੈਡੀ ਉਹਨਾਂ ਦੀ, ਪਾਪਾ ਮੰਮੀ ਤੋਂ ਹੀ ਪੁੱਛ ਲਓ ਕਿ ਜਦੋਂ ਇਹਨਾਂ ਨੇ ਪੁਰਾਣੇ ਛੋਟੇ ਹੁੰਦਾ ਦੇਖਿਆ ਤੇ ਉਦੋਂ ਕਿਹੜੇ ਰੋਜ਼ ਕੱਪੜੇ ਧੋਂਦੇ ਸੀ ਤੇ ਕਿਹੜਾ ਰੋਜ਼ ਨਹਾਉਂਦੇ ਸੀ। ਸੋ ਇਸੇ ਕਰਕੇ ਇਹ ਤਾਂ ਜਿਵੇਂ ਜਿਵੇਂ ਅੱਜ ਕੱਲ੍ਹ ਦੇ ਹੋ ਗਿਆ, ਅੱਜ 3-3 ਵਾਰ ਨਹਾਈ ਜਾਂਦੇ, ਅਗਲੇ ਦਿਨ ਦੇ 10-10 ਕੱਪੜੇ ਬਦਲੀ ਜਾਂਦੇ। ਸੋ ਇਸੇ ਕਰਕੇ ਕੋਈ ਸੁਚਮਤਾ ਨਹੀਂ ਹੁੰਦੀ ਸਰੀਰ ਦੀ। ਇਹ ਸਾਰਾ ਇੱਕ ਉਹ ਹੈ ਪ੍ਰੋਪੋਗੰਡਾ ਬਣਾਇਆ ਹੋਇਆ ਪੰਜਾਂ ਨੇ। ਇਹ ਤਾਂ ਇਹਨੂੰ ਸੈੱਟ ਰੱਖਣਾ, ਨਹਾ ਧਵਾ ਕੇ ਇਹਨੂੰ ਸੈੱਟ ਰੱਖੋ, ਖਵਾਓ ਪਿਲਾਓ, ਅਲਪਹਾਰ ਸੁਲਭ ਸੀ ਨਿੰਦਰਾ, ਇਹਨੂੰ ਸਲਾਓ, ਪੂਰੀ ਇਹਦੀ ਰਹਿਤ ਰੱਖੋ। ਇਹ ਤਾਂ ਇੱਕ ਜੂਨ ਤੁਹਾਨੂੰ ਮਿਲੀ ਹੋਈ ਹੈ ਤੇ ਇਹਦੇ ਵਿੱਚ ਇਹਨੂੰ ਸੈੱਟ ਰੱਖਣਾ, ਇਹਦਾ ਲਾਹਾ ਲਾਓ। ਤੇ ਅਸਲ ਲਾਹਾ ਉਹ ਹੀ ਹੈ ਵੀ ਇਹਨੂੰ ਸੈੱਟ ਰੱਖ ਕੇ ਤੇ ਸੱਚ ਦੀ ਭਗਤੀ ਦੇ ਵਿੱਚ ਲਾਓ ਇਹਨੂੰ, ਤੇ ਤਾਂ ਕਿ ਜਿਹੜਾ ਅਸਲ ਕੰਮ ਤੁਹਾਨੂੰ ਇਹ ਮਿਲਿਆ ਉਹ ਕਰ ਜੋ। ਉਹ ਨਾ ਹੋਵੇ ਇਹਨੂੰ ਨਹਾਉਣ ਧੁਆਉਣ ਖਿਲਾਉਣ ਪਿਲਾਉਣ ਦੇ ਵਿੱਚ ਹੀ ਰਹੀ ਜੋ, ਅਸਲ ਮਨੋਰਥ ਜਿਹੜਾ ਉਹਨੂੰ ਬੁੱਝੋ ਨਾ, ਤੇ ਅਖੀਰ ਇਹ ਤੁਹਾਨੂੰ ਲੈ ਡੁੱਬੇਗਾ। ਕਿਉਂਕਿ ਗੰਦਗੀ ਦੀ ਪੋਟਲੀ ਹੈ ਤੇ ਤੁਹਾਨੂੰ ਕਿੱਥੇ ਲੈ ਕੇ ਜਾਏਗੀ? ਜੇ ਇਹਦੇ ਵਿੱਚ ਹੀ ਧਿਆਨ ਰੱਖੋਗੇ ਤੇ ਗੰਦਗੀ ਦਾ ਬਣਿਆ ਤੇ ਤੁਸੀਂ ਕਿੱਥੇ ਜਾਓਗੇ?
ਗੰਦਗੀ 'ਚ ਜਾਓਗੇ, ਧਿਆਨ ਦਾ ਖੇਲ, ਗੰਦਗੀ ਦੀਆਂ ਜੂਨਾਂ ਚਲੇ ਜਾਓਗੇ, ਜੂਨਾਂ ਚਲੇ ਜਾਓ। ਸੋ ਇਸੇ ਕਰਕੇ ਵਿਚਾਰ ਨੇ, ਇਹਨਾਂ ਨੂੰ ਮਨ ਦੇ ਵਿੱਚ ਵਸਾਓ। ਇੰਨੇ ਸ਼ਬਦ ਬਚਨ ਕਰਦਿਆਂ ਹੋਇਆਂ ਕੋਖਰ ਵਾਧਾ ਘਾਟਾ ਸੰਗਤ ਤੇ ਗੁਰੂ ਬਖਸ਼ਣ ਜੋਗ ਨੇ ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।